वाहिगुरु जी। सतनाम श्री वाहिगुरु। फरीदा खिंखड़ में खाया गलियां, जिंद न कई में वारिया पोया बुनी, बारिया पोया अपनी चले मसाइक से फरीदा गाहो दीवी बुलंदे, फरीदा गाहो दीवी बुलंदे। मालक बैठा गढ़ली का कट लुटे, दीवड़े गया बुझाए, रोगन ते अर सोगन ते जल जोगन ते बहु भांत बचावे। सत्र अनेक चलावत घावत तन एक न लगन पावे, तो तन एक न लागन पावे। इत्थे बैठना किसी ने पाई रहना, इत्थे बैठना किसी ने पाई रहना। बारी आई तुर जाना, बैठना किसी ने रहना। बारी आई तुर जाना,
ਕੱਲੇ ਆਵੇ ਨਾਨਕਾ ਸਦੇ ਉਠੀਆ ਕੱਲੇ ਆਵੇ ਨਾਨਕਾ ਸਦੇ ਉਠੀਆ ਰੀਤਾ ਖਿੰਥੜ ਵੇਖਾਂ ਅਗਲੀਆਂ ਜਿੰਦ ਨਾ ਕਾਈ। ਮੇਖ ਬਾਬਾ ਫਰੀਦ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ। ਸ਼ੁਰੂਆਤ ਦੇ ਵਿੱਚ ਆਪਾਂ ਸ਼ਲੋਕ ਪੜ੍ਹਿਆ ਬਾਬਾ ਜੀ ਦਾ। ਆਵਾਜ਼ ਘਟਾ ਦਿਓ ਕਦੇ ਮਾਸਟਰ ਘਟਾ ਦਿਓ ਮਾਸਟਰ ਪੂਰਾ ਥੋੜ੍ਹਾ ਜਿਹਾ ਹਲਕਾ ਜਿਹਾ। ਕੀ ਕਹਿੰਦੇ ਨੇ ਬਾਬਾ ਫਰੀਦ ਜੀ? ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ। ਆਪੋ ਆਪਣੀ ਚੱਲੇ ਮਸਾਇਕ ਸੇਖ ਰਾਮ ਗਇਓ ਰਾਵਣ ਗਇਓ ਜਾ ਕੇ ਬਹੁ ਪਰਿਵਾਰ। ਕਹਿੰਦੇ ਕੁਝ ਨਹੀਂ ਰਹਿਣਾ, ਨਾ ਚੰਗੇ ਨੇ ਰਹਿਣਾ ਤੇ ਨਾ ਮਾੜੇ ਨੇ ਰਹਿਣਾ। ਕੀ ਹੈ ਜੀ? ਰਹਿਣਾ ਉਹਦੇ ਕਰਮ। ਯਾਦ ਲੋਕਿਆਂ ਦੇ ਰਾਵਣ ਵੀ ਆ, ਅੱਜ ਯਾਦ ਰਾਮ ਵੀ ਆ। ਜਿੱਥੇ ਰਾਮ ਨੂੰ ਯਾਦ ਕੀਤਾ ਜਾਂਦਾ ਰਾਵਣ ਨੂੰ ਵੀ ਯਾਦ ਕੀਤਾ ਜਾਂਦਾ ਹੈ। ਜਿੱਥੇ ਗੁਰੂ ਨਾਨਕ ਨੂੰ ਸ਼੍ਰੀ ਚੰਦ ਨੂੰ ਵੀ ਯਾਦ ਕੀਤਾ ਜਾਂਦਾ ਹੈ, ਉੱਥੇ ਹੀ ਸੱਜਣ ਠੱਗ ਵਰਗਿਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕੀਤਾ ਜਾਂਦਾ ਉੱਥੇ ਔਰੰਗਜ਼ੇਬ ਨੂੰ ਵੀ ਯਾਦ ਕੀਤਾ ਜਾਂਦਾ ਹੈ। ਪਰ ਯਾਦ ਕਰਨ ਦਾ ਇੱਕ ਤਰੀਕਾ ਹੁੰਦਾ ਹੈ। ਇੱਕ ਤਾਂ ਕਿਸੇ ਬੰਦੇ ਨੂੰ ਦੁਕਾਨਦਾਰ ਵੇਖਿਓ ਜੀ ਯਾਦ ਕਰ ਰਿਹਾ, ਫਲਾਨਾ ਗਾਹਕ ਨਹੀਂ ਮੇਰਾ ਜੀ ਆਇਆ ਕਾਫੀ ਸਮੇਂ ਤੋਂ, ਫਲਾਨਾ ਗਾਹਕ ਦੇ ਉੱਤੇ ਬੈਠਾ ਬੈਠਾ ਨਾਲੇ ਤਾਂ ਮੇਰਾ ਮਨ ਵੀ ਖੁਸ਼ ਕਰ ਜਾਂਦਾ ਹੈ ਅਤੇ ਨਾਲੇ ਮੈਥੋਂ ਸੌਦਾ ਵਧੀਆ ਖਰੀਦ ਕੇ ਲਿਜਾਂਦਾ ਹੈ, ਕਾਫੀ ਮੈਨੂੰ ਪੈਸੇ ਵਟਾ ਕੇ ਜਾਂਦਾ ਹੈ। ਅਤੇ ਦੂਜੇ ਬੰਦੇ ਨੂੰ ਯਾਦ ਕਰਦਾ ਜੀ, ਉਹ ਬੰਦਾ ਤਾਂ ਕਹਿੰਦਾ ਆਵੇ ਵੀ ਨਾ, ਉਹਨੇ ਆਉਣਾ ਅਤੇ ਜੂਠੇ ਲਿਬੜੇ ਅਤੇ ਬੜੇ ਹੱਥ ਮੇਰੇ ਆ ਕੇ ਡੱਬਿਆਂ ਦੇ ਵਿੱਚ ਉਹਨੇ ਕਦੇ ਕੁਛ ਚੱਕ ਕੇ ਖਾਣ ਲੱਗ ਜਾਣਾ, ਕੁਛ ਚੁੱਕ ਕੇ, ਅਤੇ ਨਾ ਉਹਨੇ ਕੋਈ ਸੌਦਾ ਪੱਤਾ ਮੈਥੋਂ ਖਰੀਦ ਕੇ ਲੈ ਕੇ ਜਾਣਾ। ਵੇਖੋ ਯਾਦ ਤਾਂ ਕਰ ਰਿਹਾ ਪਰ ਯਾਦ ਕਰਨ ਦੇ ਵਿੱਚ ਫਰਕ ਹੈ। ਅੱਜ ਆਪਾਂ ਕੋਈ ਯਾਦਗਾਰੀ ਤੇ ਨਹੀਂ ਮਨਾ ਰਹੇ, ਇੱਕ ਅੰਤਿਮ ਅਰਦਾਸ ਹੋ ਸਕਦਾ ਵੀ ਇਹ ਵੀ ਉਹਨਾਂ ਨੂੰ ਯਾਦ ਰੱਖਣ, ਸਾਲ ਯਾਦ ਰੱਖਣ ਪਰਿਵਾਰ ਵਾਲੇ ਸਰਦਾਰ ਲੀਲਾ ਸਿੰਘ ਨੂੰ, 2 ਸਾਲ ਯਾਦ ਰੱਖਣ, 10 ਸਾਲ, ਜਿੰਨਾ ਟਾਈਮ ਇਹ ਪੀੜ੍ਹੀ ਹੈ ਪੂਰੀ ਯਾਦ ਰੱਖੇ। ਯਾਦ ਕਰਨਾ ਉਹਨਾਂ ਦੇ ਕਰਮਾਂ ਅਨੁਸਾਰ ਹੈ। ਕਿਹੜੇ ਬੰਦੇ ਨਾਲ ਕਿੱਦਾਂ ਦਾ ਵਿਚਰੇ ਸੀ। ਆਪਾਂ ਇੱਥੇ ਭਾਵੇਂ ਤਾਰੀਫਾਂ ਦੇ ਪੁੱਲ ਬੰਨ੍ਹ ਦਈਏ ਜੀ, ਮੈਨੂੰ ਪਤਾ ਮੈਂ ਇੱਥੇ ਕਹਿ ਸਕਦਾ ਵੀ ਬਹੁਤ ਵਧੀਆ ਸੀ ਜੀ, ਜੁੜੇ ਹੋਏ ਸੀ, ਇੱਦਾਂ ਸੀ ਇੱਦਾਂ, ਮੈਂ ਗੱਪ ਵੀ ਛੱਡ ਸਕਦਾ ਚਾਹੇ ਮੈਨੂੰ ਨਾ ਹੀ ਪਤਾ ਹੋਵੇ। ਕੰਮ ਹੁੰਦਾ ਨਾ ਕਈ ਕੀਰਤਨੀਆਂ ਦਾ, ਆਪਾਂ ਉਹ ਨਹੀਂ। ਜਿਹੋ ਜਿਹੇ ਉਹਨਾਂ ਦੇ ਕਰਮ ਸੀ, ਜਿਹਾ ਚਿਹਰੀ ਲਿਖਿਆ ਤੇਹਾ ਹੁਕਮ ਕਮਾਹੇ। ਕੱਲੇ ਆਵੇ ਨਾਨਕਾ, ਪਹਿਲਾਂ ਵੀ ਉੱਥੋਂ ਹੀ ਆਈ ਸੀ, ਦੇ ਤੇ ਸੱਦੇ ਉੱਠੀ ਜਾਹੇ। ਉਹਨਾਂ ਨੇ ਹੀ ਭੇਜਿਆ ਸੀ ਅਤੇ ਹੁਣ ਉਹਨਾਂ ਨੇ ਹੀ ਸੱਦਿਆ ਅਤੇ ਹੁਣ ਚਲੇ ਗਏ ਨੇ। ਭਰੋਸਾ ਕਿਸੇ ਗੱਲ ਦਾ ਨਹੀਂ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋ ਚਲਤ ਪਿਆ। ਕਹਿੰਦੇ ਜੀ ਕੌਣ ਮੋਇਆ, ਕੌਣ ਮਰ ਗਿਆ, ਪੁੱਛਣ ਲੱਗ ਗਏ। 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਜੀ? ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰਹੁ ਵਿਚਾਰਾ। ਇਹ ਤੋ ਚਲਤ ਭਇਆ। ਰਿਸ਼ਤੇਦਾਰਾਂ ਨੂੰ ਪੁੱਛਿਆ ਜੀ, ਕਹਿੰਦੇ ਕੌਣ ਮੂਆ, ਕੌਣ ਮਰ ਗਿਆ ਜੀ, ਕੌਣ ਸੁਰਗਵਾਸ ਹੋਇਆ? ਕਹਿੰਦੇ ਸਰਦਾਰ ਲੀਲਾ ਸਿੰਘ। ਅੱਛਾ ਜੀ। ਪਰ 5ਵੇਂ ਪਾਤਸ਼ਾਹ ਕਹਿੰਦੇ ਨਹੀਂ, ਕਿਸੇ ਬਾਣੀ ਪੜ੍ਹਨ ਵਾਲੇ ਨੂੰ ਪੁੱਛੋ। ਕਿਸੇ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਵੀ ਪੁੱਛਿਆ। ਕਹਿੰਦੇ ਜੀ ਕੌਣ ਮੂਆ ਰੇ ਕੌਣ ਮੂਆ,
ਕਹਿੰਦੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਬ੍ਰਹਮ ਗਿਆਨੀ ਕੀ ਕਹਿੰਦਾ ਜੀ? ਬ੍ਰਹਮ ਗਿਆਨੀ ਕੌਣ ਜੀ? ਜੋ ਬਾਣੀ ਨੂੰ ਜਾਣਨ ਵਾਲਾ, ਜੋ ਪ੍ਰਮਾਤਮਾ ਨੂੰ ਜਾਣਨ ਵਾਲਾ, ਨਾਮ ਜਪਣ ਵਾਲਾ। ਉਹ ਕੀ ਕਹਿੰਦੇ ਜੀ? ਕਹਿੰਦੇ ਇਹ ਤੋ ਚਲਤ ਭਇਆ। ਕਹਿੰਦੇ ਨੇ ਨਾ ਜੀ, ਪੰਜ ਤੱਤ ਕਾ ਪੁਤਲਾ। ਪੰਜ ਤੱਤਾਂ ਤੋਂ ਸਰੀਰ ਬਣਿਆ, ਪਾਣੀ, ਹਵਾ, ਅਗਨੀ, ਆਕਾਸ਼, ਮਿੱਟੀ। ਤੇ ਪੰਜੇ ਤੱਤਾਂ ਦੇ ਵਿੱਚ ਮੌਤ ਤੋਂ ਬਾਅਦ ਪੰਜੇ ਤੱਤਾਂ ਨੇ ਹੀ ਜੀ ਰਲ ਜਾਣਾ। ਇੱਥੋਂ ਧਿਆਨ ਦਿਓ ਥੋੜ੍ਹਾ ਜਿਹਾ। ਆਪਣੇ ਸਰੀਰ ਦੀ ਜਿਹੜੀ ਮਿੱਟੀ, ਉਹ ਮਿੱਟੀ ਦੇ ਵਿੱਚ ਰਲ ਗਈ, ਮਰੀ ਤੇ ਨਹੀਂ। ਉਹ ਮਿੱਟੀ ਦੇ ਵਿੱਚ ਪਹਿਲਾਂ ਰੂਪ ਧਾਰ ਲਿਆ ਇਨਸਾਨ ਦਾ, ਪੰਜੇ ਚੀਜ਼ਾਂ ਨੇ। ਹੁਣ ਉਹ ਮਿੱਟੀ ਦੇ ਵਿੱਚ ਰਲ ਗਈ। ਜਿਹੜਾ ਸਰੀਰ ਦੇ ਅੰਦਰ ਪਾਣੀ, ਉਹ ਪਾਣੀ ਦੇ ਵਿੱਚ ਰਲ ਗਿਆ, ਵਾਪਸੀ ਕਰਨ ਉਹਦਾ ਹੋ ਗਿਆ। ਅਗਨੀ ਅੱਗ ਦੇ ਵਿੱਚ ਰਲ ਗਈ, ਚਿਤਾ ਦੇ ਵਿੱਚ। ਮਿੱਟੀ ਮਿੱਟੀ ਦੇ ਵਿੱਚ, ਹਵਾ ਹਵਾ ਦੇ ਵਿੱਚ ਰਲ ਗਈ। ਕਹਿੰਦੇ ਬਦਲ ਗਿਆ ਇਹ ਤੋਂ ਚਲਤ ਭਇਆ। ਘੜਾ ਬਣਾਇਆ ਜੀ ਮਿੱਟੀ ਦਾ। ਮਿੱਟੀ ਲਿਆ, ਪਾਣੀ ਲਿਆ, ਮਿੱਟੀ ਨੂੰ ਪਾਣੀ ਦੇ ਨਾਲ ਮਿਕਸ ਕੀਤਾ, ਗੁੰਨਿਆ ਗਿਆ, ਲੱਤਾਂ ਮੁੱਕੀਆਂ ਨਾਲ ਗੁੰਨਿਆ ਗਿਆ। ਅੱਗ ਦੇ ਵਿੱਚ ਉਸ ਨੂੰ ਪਕਾਇਆ ਗਿਆ। ਇਹਦੇ ਵਿੱਚ ਅੱਗ ਵੀ ਹੋ ਗਈ, ਪਾਣੀ ਵੀ ਹੈ, ਮਿੱਟੀ ਵੀ ਹੈ। ਪਰ ਮਿੱਟੀ ਖਤਮ ਤੇਰੀ ਨਾ ਹੋਈ, ਉਹਦਾ ਰੂਪ ਬਦਲ ਗਿਆ। ਉਹਨੇ ਹੁਣ ਰੂਪ ਧਾਰ ਲਿਆ ਜੀ ਕਾਹਦਾ? ਘੜੇ ਦਾ। ਹਵਾ ਵੀ ਆ ਉਹਦੇ ਵਿੱਚ। ਤੇ ਜਦੋਂ ਘੜਾ ਟੁੱਟ ਗਿਆ, ਉਹਨੂੰ ਮਿੱਟੀ ਦੇ ਵਿੱਚ ਸਿੱਟ ਦਿਓ, ਉਹਨੇ ਗਲ ਜਾਣਾ ਹੈ। ਫਿਰ ਕੀ ਹੋਣਾ ਜੀ? ਪਾਣੀ ਪਾਣੀ ਦੇ ਵਿੱਚ ਰਲ ਜਾਣਾ, ਹਵਾ ਦੇ ਵਿੱਚ। ਹਵਾ ਹਵਾ ਦੇ ਵਿੱਚ ਰਲ ਜਾਣੀ ਹੈ, ਮਿੱਟੀ ਮਿੱਟੀ ਦੇ ਵਿੱਚ। ਕਹਿੰਦੇ ਬਦਲਿਆ ਕੁਛ ਨਹੀਂ, ਮਰਿਆ ਕੁਛ ਨਹੀਂ, ਇਹ ਤੇ ਚਲਤ ਭਇਆ। ਕਿੰਨੀ ਉਦਾਹਰਨਾਂ ਲੈ ਲਈਏ। ਇੱਕ ਕਣਕ ਦਾ ਬੀਜ ਕਿਸਾਨ ਨੇ ਬੋਇਆ, ਇੱਕੋ ਹੀ ਬੀਜ ਤੋਂ ਕੀ ਉੱਗੇ ਆਇਆ ਜੀ? ਇੱਕ ਫਸਲ ਉੱਗਿਆ ਜੀ। ਉਹ ਤੋਂ ਫਿਰ ਇੱਕ ਵੱਲੀ ਦੇ ਵਿੱਚੋਂ ਕਈ ਦਾਣੇ ਨਿਕਲ ਆਏ। ਉਹ ਆਟਾ, ਫਿਰ ਆਟੇ ਤੋਂ ਫਿਰ ਉਹ ਮਿੱਟੀ ਦੇ ਵਿੱਚ ਮਲ ਬਣ ਕੇ ਮਿੱਟੀ ਦੇ ਵਿੱਚ ਫੇਰ ਰਲ ਗਿਆ, ਫੇਰ ਮਿੱਟੀ। ਮਿੱਟੀ ਤੋਂ ਫੇਰ ਪੈਦਾ ਹੁੰਦੀ ਹੈ ਚੀਜ਼, ਫੇਰ ਮਿੱਟੀ। ਮਿੱਟੀ ਦਾ ਤੂੰ ਮਿੱਟੀ ਰਹਿਣਾ, ਤੇਰਾ ਇਹੀ ਅਸਲ ਟਿਕਾਣਾ। ਨੀ ਮਿੱਟੀਏ ਹਵਾ ਲੱਗਿਆ ਉੱਡ ਜਾਣਾ। ਮਿੱਟੀ ਦੇ ਸਰੀਰ ਦਾ ਕਾਹਦਾ ਮਾਣ? ਕਰਮ ਚੰਗੇ ਕਰੀਏ ਤਾਂ ਕਿ ਸਾਨੂੰ ਵੀ, ਆਪਾਂ ਗੱਲ ਕੀਤੀ ਸੀ ਵੀ ਯਾਦ ਕੀਤਾ ਜਾਂਦਾ ਹੈ, ਸਾਨੂੰ ਦੁਨੀਆ ਯਾਦ ਕਰੇ। ਐਸੇ ਕਰਮ ਕਮਾ ਕੇ ਜਾਈਏ, ਐਸਾ ਨਾਮ ਬਣਾ ਕੇ ਜਾਈਏ। ਸੰਤ ਮਸਕੀਨ ਸਿੰਘ ਜੀ ਨੂੰ ਦੁਨੀਆ ਯਾਦ ਕਰਦੀ ਹੈ ਅਤੇ ਜੁਗਾਂ ਜੁਗਾਂ ਤੱਕ ਕਰਦੀ ਰਹੇਗੀ। ਰਾਮ ਨੂੰ ਵੀ ਯਾਦ ਕਰਦੀ ਹੈ। ਰਾਮ ਦਾ ਨਾਂ ਤੇ ਬਾਣੀ ਦੇ ਵਿੱਚ ਆ ਗਿਆ, ਰਾਮ ਗਇਓ। ਉੱਥੇ ਰਾਵਣ ਦਾ ਨਾਂ ਵੀ ਆ ਗਿਆ, ਰਾਵਣ ਦਾ ਨਾਂ ਵੀ ਬਾਣੀ ਦੇ ਵਿੱਚ ਆ ਗਿਆ। ਰਾਵਣ ਨੂੰ ਵੀ ਯਾਦ ਕੀਤਾ ਜਾਂਦਾ, ਪਰ ਸਾਨੂੰ, ਮੈਨੂੰ ਲੱਗਦਾ ਨਹੀਂ ਵੀ ਕੋਈ ਯਾਦ ਕਰੇਗਾ। ਕਿਸੇ ਨੂੰ ਲੱਗਦਾ ਜੀ ਵੀ ਸਾਨੂੰ ਆਹ ਕੰਮ ਤੋਂ ਯਾਦ ਕੀਤਾ ਜਾਣਾ ਹੈ, ਕਾਹਦੇ ਸੰਬੰਧ ਦੇ ਵਿੱਚ ਅਸੀਂ ਨਾਮ ਚਮਕਾਇਆ, ਕਿਉਂ ਨਹੀਂ ਯਾਦ ਕੀਤਾ ਜਾਣਾ? ਪਾਤਸ਼ਾਹ ਜੀ ਕਹਿੰਦੇ ਹਮ ਐਸੇ, ਤੂੰ ਐਸਾ ਕੋਈ ਗੁਣ ਹੋਵੇ ਤੇ ਸਾਨੂੰ ਲੋਕੀ ਯਾਦ ਕਰਨ। ਹਮ ਅਵਗੁਣ ਭਰੇ, ਏਕ ਗੁਣ ਨਹੀਂ ਹਮ ਪਾਪੀ, ਤੁਮ ਪਾਪ ਖੰਡਨ। ਨਿਰਗੁਣਿਆਰੇ ਗੁਣ ਨਹੀਂ ਕੋਈ। ਇੱਕ ਸ਼ਬਦ ਪੜ੍ਹੀਏ, ਫਿਰ ਆਪਾਂ ਉਹਦੇ ਅਰਥ ਸਰਵਣ ਕਰਾਂਗੇ। ਹਮ ਐਸੇ ਤੂੰ ਐਸਾ ਮਾਜ਼ੋ, ਹਮ ਐਸੇ ਤੂੰ ਐਸਾ, ਹਮ ਐਸੇ ਤੂੰ ਐਸਾ ਮਾਜ਼ੋ, ਹਮ ਐਸੇ ਤੂੰ ਐਸਾ, ਹਮ ਐਸੇ हम मैले तुम उजल करते, हम मैले तुम
पापियां तुम चतुर सियाणे, हम मैले तुम उज्जल करते। पढ़ियो प्यार दे, हम मूर्ख तुम चतुर सियाणे, सर्व कला का ज्ञाता तू, सर्व कला हम ऐसे तुम ऐसा मानो, हम ऐसे तुम ऐसा, हम ऐसे एक गल दसो जी, आवाज़ समझ आ रही है? मैंने इला लगता भी समझ नहीं आती होंगी। साजां की आवाज़ ज़्यादा तो नहीं, समझ आ रही है? पंजवें पातशाह जी की कहते जी, कहते वेखो जी, पंजवें पातशाह कोई पापी थोड़ा सी, पापी थोड़ा सी, वो गुरु सी। दीन दुनिया के बादशाह गुरु होए ने, दुनिया उन्होंने याद करती है। आप उन्हों का नाम लैके फिर अरदास करते हैं। वो भी की कह रहे हैं, कहते जी हम मैले, साड़ियाँ अखां दे विच मैल भरी हुई, असी मैल ही माड़ी निगाह नाल वेखदे हां। साडे कन्नां दे विच मैल, असी माड़ा सुणदे हां, विकारां दी मैल। कहते पर तुम उज्जल करते, कहते तुसीं वो मैल नूं साफ करन वाले हो। कहते पातशाह हम मूर्ख तुम चतुर सियाणे, तू सर्व कला का ज्ञाता। कहते असी तो मूर्ख हाँ जी, सानू तो कुछ ही पता नहीं। हम अवगुण भरे एक गुण नाही, हम नहीं चंगे बुरा नहीं कोई, हम नहीं चंगे बुरा नहीं कोई, असी तो पातशाह पापियां। पूरा शब्द ही इन्नी निमरता दे विच, माफ़ करना वो दिन किते आवेगा जिते साडे च इन्नी निमरता आ जाए। ये नहीं पातशाह आप तो कही गए हुण मैं तो जी बड़ा ब्रह्म ज्ञानी, तो सानू कहते भी तुसी निमके रहो। नहीं, पातशाह कहते मैं भी निमके विखा रहा, खुद निमके दिखाया परमात्मा अगे, तो आपां भी निमके अरदास करिए, बख्श लै बख्श लै बख्श लै। इदां ही सांझ करीजै गुण है केरी, छोड़ अवगुण चली अजे अज इत्थे आए हैं, तो अज गुणा की सांझ करिए। हरेक बंदे तो कुछ ना कुछ सिख के जाइए। सरदार लीला सिंह जी का भोग है, अज भोग माफ़ करना मंदिरों के भी पै जाते हैं। भोग एक इदा मूर्ति रख के ना वो अगे भी पै जाते हैं, भोग पिपलों थले भी पै जाते हैं, भोग मड़ियाँ कोल भी पै जाते हैं, भोग घर इदा ही फोटो रख के उत्ते माला पा के फुल सिट के इदा भी भोग पै जाते हैं। पर ये भागां वाले सी जिन्हों का भोग धन धन श्री गुरु ग्रंथ साहिब जी महाराज जी की हजूरी के पै रहा, तो अरदास इत्थे हो रही है। आप सारे भागां वाले हाँ। सतगुरु जी ने इस दुख की घड़ी फिर भी किते ना किते एक दुख की घड़ी एक विछोड़ा होंदा है। इस दुख की घड़ी के विच भी सानू नाम जपण का मौका दिता है। आओ मनां नूं एकाग्र करिए, बाहरी दुनिया वालों ध्यान तोड़िए, सिर्फ और सिर्फ कथा के विच कीर्तन के विच ध्यान दईए, तो अरदास करिए कि पातशाह विछड़ी नूं शांति बख्शिओ, पिछे परिवार को भाणा मनण दा बल बख्शिओ जी। सानू भी चरणों के नाल जोड़िओ। बड़े थोड़े मैनू कोई नज़र नहीं आ रहा गुरु वाला भी जिहदा अमृत छकिया होवे, बहुत थोड़े ने। परमात्मा कृपा करिओ, सानू भी अपने चरनी लाओ जी, असी भी नाम जपीए, अमृत छकीए, गुरु वाले बनीए। ये अरदास करिए जिद्दां पातशाह जी कहते, तुम सब साजे साज निवाजे, तुम सब साजे जियो पिंड दे प्राणा, कहते पातशाह तुम सब साजे, तुसी मनुख बना दिते जी, जियो साह दिते, पिंड शरीर दिता, प्राणा
ਸਵਾਸ ਦਿੱਤੇ, ਕਹਿੰਦੇ ਤੂੰ ਸਾਰੇ ਸਾਜ ਦਿੱਤੇ, ਪਰ ਅਸੀਂ ਤੇਰਾ ਕੀ ਮੁੱਲ ਪਾਇਆ। ਨਿਰਗੁਣਿਆਰੇ ਗੁਣ ਨਹੀਂ ਕੋਈ, ਨਿਰਗੁਣਿਆਰੇ ਤੁਮ ਦਾਨ ਦਿਓ ਮਿਹਰਬਾਨਾ, ਤੁਮ ਦਾਨ ਦਿਓ ਮਿਹਰਬਾਨਾ। प्यारे हम पापी, प्यारे हम पापी, हम पापी तुम पाप खंडन, हम पापी तुम पाप, हम पापी हम पापी तुम पाप खंडन। तुम पाप खंडन। पंजवें पातशाह जी देखो जी किड्डी वड्डी शै। पातशाह जी खुद दीन दुनी दे वाली वो भी कह रहे हैं जी हम पापी, तो असी की कहने जी मेरे वर्गा तो सियाणे कोई नहीं। पर पातशाह जी ने जपजी साहिब दे विच ही कह दिता, सहस सियाणपा लख होए तां इक ना चले नाल। कहंदे तेरियां सियाणपा किसे काम दियां नहीं, तेरियां सियाणपा किसे काम नहीं आउणियां। कल्ले आवे जदों ने कल्लिया घल दिता, जदों ने सद्दिया सद लैना है। आपां नूं ऐ लगदा भी सारे काम जी आपां कर रहे हैं, कहने जी मैं गुरु घर गया नहीं। कहा करो जी पातशाह जी तुसी अज मैनूं दर्शन दिते गुरु घर सदके। एक मिथ है, मिथ का भाव हुंदा मिथिहास, भी गल सच्ची नहीं, एक कहानी बनाई हुई समझाउण वास्ते। कल्ला कोट लो। एक मिथ है बड़ी सोहनी शिव जी दी। शिव जी नूं आपां सारे जानते हैं, हिंदू धर्म का देवता, महाकाल भी उन्होंने कह देंगे ने हिंदू धर्म वाले। आपां महाकाल कहने जी परमात्मा नूं। कहते शिव जी की ड्यूटी लगी सी जी मौत की, भी तू सवास कढ़ के लियाने हैं। शिव जी इस गल तो बड़ा ना खुश जी, खुश नहीं सी शिव जी। कहता भी मैं जेड़े घर भी जाना उत्थे रंडी रोना शुरू हो जाता है, लोग रोन लग जाते हैं, मैनू ये काम नहीं चाहिए। पातशाह की अगे प्रार्थना की उन्हें रब अगे, कहता जी मैनू ये काम मेरा चंगा नहीं लगता। वो पातशाह कहते परमात्मा की आकाशवाणी हुई, वाहिगुरु कहन लगे, कहते जी सानू पता भी तेरा किहो जिहा सुभाअ, उहो जिहा तैनूं काम सौंपिया होया है। जे कोई हैगा पूरा तकड़े शरीर वाला बंदा, उन्हें बॉडी बनाई है जम्मा शम्मा ला के, उन्होंने ला दी आपां कपड़ा वेचना, तो वह उत्थे थोड़ी ना मन लगना। उन्होंने जोर वाला काम चाहिए। कोई होवे सुक्या जा बेचारा, उन्होंने आपां ला दीए बिल्डिंगां बनाउण मजदूरी करन, तो उन्हें कित्थे एडे भारी पत्थर चकने हैं। परमात्मा नूं सब पता किस नूं किहो जिहा काम चाहिए। सिरै सिर धंधे लाएंदा, अपने आप उन्हें धंधे लाए हुए ने सारे। आपां नूं ऐ लगदा भी असीं कर रहे हैं, परमात्मा ने कीता है। शिव जी ने प्रार्थना की, कहता जी मैं जेड़े घर जाना उत्थे रंडी रोना शुरू हो जाता। कहते पातशाह जी तुसीं ऐ करो, इंद्र देवते नूं ये काम सौंप दिओ। इंद्र देवते का काम जी जे वेद पढ़ीए आपां, जुजर वेद पढ़ीए, उहदे विच लिखिया भी इंद्र देवते का काम वो है जी मींह पाउणा। कहता जी मैनू पातशाह जी तुसीं मींह पाउण का काम दिओ, जदों मैं चाहां मींह पवे। मैनू आ मौत किसी नूं मारन वाला काम, मैनू किसी दे सवास कढ़ के लियाउण वाला काम मैनू चंगा नहीं लगता। जदों वालियां मिन्नतां कीतियां ते परमात्मा ने कहा जा तथा अस्तु, हुण जदों तू चाहेगा उदों मींह पएगा। तो मौत का काम असीं किसी होर नूं सौंप दिंदे आ। एक बार होर मंगदा, कहंदा परमात्मा कहते जी दसो। शिव जी कह रहा, कहता जी जदों मैं डमरू बजावां उदों मींह पवे। डमरू रखदा सी ना शिव जी, गल दे विच सप पा के, शरीर दे उत्ते राख मल के, हथ दे विच डमरू, जटावां दा इदा जूड़ा करके नंगे पैरी रहिंदा सी। इस देह नूं वो समझदा सी भी ये ते राख है, मिट्टी है, तां करके देह दे उत्ते राख मल के रखदा सी।
ਉਹ ਸਮਝਦਾ ਸੀ ਵੀ ਮੌਤ ਤੇਰੇ ਸਿਰ ਤੇ ਹੈ, ਕਦੋਂ ਵੀ ਮੌਤ ਆ ਸਕਦੀ ਹੈ। ਗਲ ਦੇ ਵਿੱਚ ਸੱਪ ਪਾ ਕੇ ਰੱਖਦਾ ਸੀ ਵੀ ਕਿਹੜੇ ਵੇਲੇ ਵੀ ਮੌਤ ਆ ਸਕਦੀ ਹੈ। ਡਮਰੂ ਰੱਖਦਾ ਸੀ ਵੀ ਪਰਮਾਤਮਾ ਦੇ ਗੁਣ ਗਾਉਣ ਵਾਸਤੇ, ਤੇ ਵਰ ਮੰਗਿਆ, ਕਹਿੰਦਾ ਜੀ ਜਦੋਂ ਮੈਂ ਡਮਰੂ ਵਜਾਵਾਂ ਉਦੋਂ ਮੀਂਹ ਪਵੇ। ਉਹਦਾ ਸੁਭਾਅ ਕਹੇ ਜਿਹਾ ਸੀ ਜੀ, ਗੁੱਸੇ ਵਾਲਾ, ਮੌਤ ਵਾਲਾ। ਪਰਮਾਤਮਾ ਨੇ ਉਹਨੂੰ ਮੌਤ ਵਾਲਾ ਕੰਮ ਸੌਂਪਿਆ ਸੀ, ਪਰ ਉਹਨੇ ਪ੍ਰਾਰਥਨਾ ਕੀਤੀ, ਕਹਿੰਦਾ ਜੀ ਮੈਨੂੰ ਮੀਂਹ ਵਾਲਾ ਕੰਮ ਸੌਂਪ ਦਿਓ। ਪਰਮਾਤਮਾ ਕਹਿੰਦੇ ਤਥਾਸਤੂ, ਜਾ। ਕਹਿੰਦਾ ਮੈਂ ਜਦੋਂ ਡਮਰੂ ਵਜਾਵਾਂ ਉਦੋਂ ਮੀਂਹ ਪਵੇ। ਪਰਮਾਤਮਾ ਕਹਿੰਦੇ ਚੰਗਾ, ਇੱਦਾਂ ਹੀ ਹੋਏਗਾ। ਪਰਮਾਤਮਾ ਕਹਿੰਦੇ ਸੱਤ ਹੈ। ਗਿਆ ਸ਼ਿਵ ਜੀ, ਤੁਰਿਆ ਜਾ ਰਿਹਾ, ਲੋਕ ਦੇ ਵਿੱਚ ਆਇਆ। ਇੱਕ ਹੁੰਦਾ ਜੀ ਲੋਕ, ਇੱਕ ਪਰਲੋਕ। ਲੋਕ ਆਪਾਂ ਜਿੱਥੇ ਰਹਿੰਦੇ ਹਾਂ ਧਰਤੀ ਦੇ ਉੱਪਰ। ਆਇਆ ਸ਼ਿਵ ਜੀ, ਕਿਸਾਨ ਹਲ ਵਾਹ ਰਹੇ ਨੇ। ਉਹਨਾਂ ਨੂੰ ਕਹਿੰਦਾ ਜੀ ਹਲ ਨਾ ਵਾਹੋ। ਕਹਿੰਦੇ ਕਿਉਂ? ਕਹਿੰਦਾ 13 ਸਾਲ ਮੀਂਹ ਨਹੀਂ ਪੈਣਾ, ਮੀਂਹ ਤੇ ਮੇਰੇ ਹੱਥ 'ਚ ਹੈ। ਕਿਸਾਨ ਫਿਰ ਹਲ ਵਾਹੁਣ ਲੱਗ ਪਏ। ਕਹਿੰਦਾ ਤੁਹਾਨੂੰ ਸੁਣਿਆ ਨਹੀਂ? ਗੁੱਸੇ ਹੋ ਗਿਆ, ਕਿਉਂਕਿ ਸੁਭਾਅ ਹੀ ਗੁੱਸੇ ਵਾਲਾ ਸੀ। ਕਈ ਵਾਰੀ ਬੰਦੇ, ਆਪਾਂ ਪਰਿਵਾਰ ਦੇ ਵਿੱਚ 4-5 ਮੈਂਬਰ ਲਗਭਗ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਬੰਦਾ ਇਹੋ ਜਿਹਾ ਹੁੰਦਾ ਵੀ ਜਿਹਦਾ ਬਾਹਲਾ ਹਰਖ ਵਾਲਾ ਸੁਭਾਅ ਹੁੰਦਾ ਹੈ। ਕਿਸੇ ਬੰਦੇ ਦਾ ਬਾਹਲਾ ਸ਼ਰੀਫ ਜਿਹਾ ਸੁਭਾਅ ਹੁੰਦਾ, ਸ਼ਰੀਫ ਜਿਹਾ ਹੁੰਦਾ ਬੰਦਾ, ਮਿੱਠ ਬੋਲੜਾ ਬਾਹਲਾ ਹੁੰਦਾ ਹੈ। ਇੱਕ ਬੰਦਾ ਹੁੰਦਾ ਵਿਚਾਰਾ ਸੁਸਤ ਜਿਹਾ ਹੁੰਦਾ ਹੈ, ਅਤੇ ਉਹਨੂੰ 25 ਵਾਰੀ ਕਹਿ ਕੇ ਪਾਣੀ ਦਾ ਗਲਾਸ ਮੰਗਵਾਉਣਾ ਪੈਂਦਾ। ਸਾਰੇ ਪ੍ਰਕਾਰ ਦੇ ਬੰਦੇ ਹੁੰਦੇ ਆ। ਸ਼ਿਵ ਜੀ ਦਾ ਸੁਭਾਅ ਕਿਹੋ ਜਿਹਾ ਸੀ ਜੀ? ਹਰਖ ਵਾਲਾ, ਗੁੱਸੇ ਵਾਲਾ। ਪਰਮਾਤਮਾ ਨੇ ਕੰਮ ਕਿਹੜਾ ਸੌਂਪਿਆ ਸੀ? ਮੌਤ ਵਾਲਾ, ਕਿਸੇ ਦੇ ਸਵਾਸ ਕੱਢਣ ਵਾਲਾ। ਉਹਨੇ ਮੰਗ ਕਿਹੜਾ ਲਿਆ? ਕਹਿੰਦਾ ਜੀ ਮੀਂਹ ਪੈਣ ਦਾ। ਕਿਸਾਨਾਂ ਨੂੰ ਕਹਿੰਦਾ ਹਲ ਨਾ ਵਾਹੋ। ਕਹਿੰਦੇ ਜੀ ਕਿਉਂ? ਕਹਿੰਦਾ 13 ਸਾਲ ਮੀਂਹ ਨਹੀਂ ਪੈਣਾ, ਮੀਂਹ ਤੇ ਮੇਰੇ ਹੱਥ 'ਚ ਹੈ। ਸੁਭਾਅ ਕਿਹੜਾ ਸੀ? ਮੌਤ ਵਾਲਾ। ਕੰਮ ਕਿਹੜਾ? ਮੀਂਹ ਪੈਣ ਵਾਲਾ ਲੈ ਰਿਹਾ। ਕਰ ਕਿਹੜਾ ਕੰਮ ਰਿਹਾ? ਉਹੀ ਮੌਤ ਹੀ ਕਰ ਰਿਹਾ, ਮਾਰ ਹੀ ਰਿਹਾ ਕਿਸਾਨਾਂ ਨੂੰ, ਮੀਂਹ ਨਹੀਂ ਪਾ ਰਿਹਾ। ਕੰਮ ਉਹੀ ਕਰੀ ਜਾਂਦਾ ਆਪਣੇ ਸੁਭਾਅ ਵਾਲਾ। ਕਿਸਾਨ ਕਹਿਣ ਲੱਗੇ ਜੀ ਫਿਰ ਕੀ ਹੋ ਗਿਆ? ਮੀਂਹ ਨਹੀਂ ਪੈਣਾ, ਅਸੀਂ ਤੇ ਹਲ ਵਾਹੀਏ, ਅਸੀਂ ਤੇ ਆਪਣਾ ਕੰਮ ਕਰੀਏ। ਜੇ ਪ੍ਰਮਾਤਮਾ ਨੇ ਚਾਹਿਆ ਬਿਨਾਂ ਮੀਂਹ ਤੋਂ ਵੀ ਫਸਲਾਂ ਉੱਗ ਜਾਣਗੀਆਂ। ਉਹਨਾਂ ਨੂੰ ਭਰੋਸਾ ਸੀ ਪ੍ਰਮਾਤਮਾ 'ਤੇ। ਸ਼ਿਵ ਜੀ ਨੂੰ ਨਹੀਂ ਭਰੋਸਾ ਸੀ। ਸ਼ਿਵ ਜੀ ਕਹਿੰਦਾ ਮੈਂ ਹੁਣ ਵਰ ਲੈ ਲਿਆ, ਮੇਰੇ ਕਹੇ ਤੇ ਮੀਂਹ ਪੈਣਾ। ਉਹਨੂੰ ਨਹੀਂ ਪਤਾ ਸੀ ਵੀ ਇਹਦੇ ਪ੍ਰਮਾਤਮਾ ਨੇ ਇੱਕ ਬਹਾਨੇ ਬਣਾਏ ਹੋਏ ਨੇ। ਇੰਦਰ ਦੇਵਤਾ ਵਰਗੇ, ਸ਼ਿਵ ਜੀ ਵਰਗੇ ਇਹਨਾਂ ਨੂੰ ਕੰਮ ਸਮਾ ਕੇ। ਹੁੰਦਾ ਉੱਦਾਂ ਹੀ ਆ ਜਿੱਦਾਂ ਉਹ ਚਾਹੁੰਦਾ ਹੈ। ਇਹ ਤੇ ਸਿਰੇ ਸਿਰ ਧੰਦਾ ਹੈ ਲਾਹੇ ਦਾ। ਇਹ ਤੇ ਧੰਦੇ, ਇੱਕ ਕੰਮ ਇਹਨਾਂ ਨੂੰ ਸੌਂਪਿਆ ਹੋਇਆ, ਇੱਕ ਧੰਦੇ ਤੇ ਲਾਏ ਹੋਏ ਨੇ। ਕਹਿੰਦੇ ਜੀ ਜੇ ਅਸੀਂ ਹਲ ਨਾ ਵਾਹੇ, ਜੇ ਤੁਸੀਂ ਕਹਿ ਰਹੇ ਹੋ ਵੀ 13 ਸਾਲ ਨਹੀਂ ਮੀਂਹ ਪੈਣਾ। ਸ਼ਿਵ ਜੀ ਕਹਿੰਦਾ ਹਾਂ। ਕਹਿੰਦਾ ਜਦੋਂ ਮੈਂ ਡਮਰੂ ਵਜਾਊਂ ਉਦੋਂ ਮੀਂਹ ਪੈਣਾ। ਅੱਛਾ। ਕਹਿੰਦੇ ਜੇ ਅਸੀਂ 13 ਸਾਲ ਹਲ ਨਾ ਚਲਾਏ, ਅਸੀਂ ਤੇ ਹਲ ਚਲਾਉਣਾ ਭੁੱਲ ਜਾਂਗੇ। ਹਲ ਤੇ ਅਸੀਂ ਚਲਾਈਏ, ਮੀਂਹ ਪਵੇ ਨਾ ਪਵੇ। ਗਿਆ ਜੀ ਸ਼ਿਵ ਜੀ, ਕਹਿੰਦਾ ਫਿਰ ਚਲਾਈ ਜਾਓ, ਮੈਨੂੰ ਕੀ ਆ, ਮੈਂ ਤੇ ਤੁਹਾਨੂੰ ਦੱਸ ਦਿੱਤਾ। ਗੁੱਸੇ ਦੇ ਵਿੱਚ ਚੱਲਿਆ ਗਿਆ। ਅੱਗੇ ਜਾ ਕੇ ਬੈਠਿਆ, ਆਰਾਮ ਕਰਨ ਲੱਗਿਆ। ਯਾਦ ਆਈ ਉਹੀ ਗੱਲ ਦਿਮਾਗ ਦੇ ਵਿੱਚ ਘੁੰਮੀ, ਕਿਸਾਨਾਂ ਵਾਲੀ। ਕਹਿੰਦੇ ਜੇ 13 ਸਾਲ ਹਲ ਨਾ ਚਲਾਏ, ਅਸੀਂ ਹਲ ਚਲਾਉਣੇ ਨਾ ਭੁੱਲ ਜਾਈਏ। ਸ਼ਿਵ ਜੀ ਕਹਿੰਦਾ ਜੇ ਮੈਂ 13 ਸਾਲ ਡਮਰੂ ਨਾ ਵਜਾਇਆ, ਮੈਂ ਕਿਤੇ ਡਮਰੂ ਵਜਾਉਣਾ ਨਾ ਭੁੱਲ ਜਾਵਾਂ। ਗੱਜ ਕੇ ਆਖੋ ਸਤਿਨਾਮ। ਦੇਖੋ ਕੋਸ਼ਿਸ਼ ਉਹੀ ਕਰ ਰਿਹਾ ਸੀ, ਸੁਭਾਅ ਵਾਲੀ ਮੌਤ ਕਰ ਰਿਹਾ ਸੀ। ਪਰਮਾਤਮਾ ਨੇ ਘੇਰ ਕੇ ਇੱਕ ਵਿਧੀ ਬਣਾ ਦਿੱਤੀ। ਇੱਕ ਬੰਦਾ ਕਹਿੰਦਾ ਜੀ ਮੈਂ ਨਹੀਂ ਗੁਰੂ ਘਰ ਜਾਂਦਾ, ਉਹਨੂੰ ਖਿੱਚ ਕੇ ਜੇ ਪ੍ਰਮਾਤਮਾ ਚਾਹੇ ਤੇ ਉਹਨੂੰ ਲੈ ਆਵੇਗਾ। ਇੱਕ ਬੰਦਾ ਕਹਿੰਦਾ ਮੈਂ ਤੇ 7 ਵਜੇ ਤੋਂ ਪਹਿਲਾਂ ਉੱਠਦਾ ਹੀ ਨਹੀਂ। ਜਿੱਦੇ ਪ੍ਰਮਾਤਮਾ ਨੇ ਚਾਹਿਆ ਤੂੰ 3 ਵਜੇ ਥੜੇ ਧੋਂਦਾ ਮਿਲੇਗਾ ਗੁਰੂ ਘਰ। ਗੱਜ ਕੇ ਆਖੋ ਸਤਿਨਾਮ। ਇੱਕ ਬੰਦਾ ਕਹਿੰਦਾ ਮੈਂ ਤੇ ਪੂਰਾ ਨਿਤਨੇਮੀ ਆ। ਉਹ ਜਿੱਦੇ ਪ੍ਰਮਾਤਮਾ ਨੇ ਤੇਰੇ ਸਿਰ ਤੋਂ ਹੱਥ ਇੱਦਾਂ ਚੱਕ ਲਿਆ ਨਾ, ਤੂੰ ਨਿਤਨੇਮ ਕੀ ਤੇਰੀ ਜਾਗ ਹੀ ਨਹੀਂ ਖੁੱਲਣੀ। ਵੇਖੀ ਤੈਨੂੰ ਯਾਗ ਨਹੀਂ ਆਉਣੀ, ਇੱਕ ਦਿਨ ਐਸਾ ਸੋਹਣਾ ਤੂੰ ਸੁੱਤਾ ਰਹਿਣਾ ਹੈ। ਇੱਕ ਦਿਨ ਤੂੰ ਐਸਾ ਸੌਂ ਜਾਣਾ ਹੈ, ਤੂੰ ਕਹਿਣਾ ਮੈਂ ਨਿਤਨੇਮ ਕਰਦਾ ਸਵੇਰੇ ਉੱਠ ਕੇ, ਹਾਂ ਮੈਂ ਕਰਦਾ। ਜਿੱਦੇ ਪ੍ਰਮਾਤਮਾ ਨੇ ਇਹ ਨਾ ਕਿਹਾ ਕਰ ਮੈਂ ਕਰਦਾ, ਇਹ ਕਿਹਾ ਕਰ ਪ੍ਰਮਾਤਮਾ ਨੇ ਆਹ ਕਾਰਜ ਜੀ ਕਰਵਾਇਆ, ਪ੍ਰਮਾਤਮਾ ਨੇ ਅੱਜ ਮੈਨੂੰ ਇੱਥੋਂ ਦੀ ਯਾਤਰਾ ਬਖਸ਼ੀ, ਪ੍ਰਮਾਤਮਾ ਨੇ ਆਹ ਕੰਮ ਕਰਵਾਇਆ। ਸ਼ਿਵ ਜੀ ਭੁੱਲ ਗਿਆ ਸੀ। ਕਹਿੰਦਾ ਜੇ ਮੈਂ 13 ਸਾਲ ਡਮਰੂ ਨਾ ਵਜਾਇਆ ਤੇ ਮੈਂ ਤੇ ਡਮਰੂ ਵਜਾਉਣਾ ਨਾ ਭੁੱਲ ਜਾਵਾਂ। ਕਹਿੰਦਾ ਵਜਾ ਕੇ ਵੇਖ ਲੈਣਾ। ਡਮਰੂ ਵਜਾਇਆ, ਨਾਲ ਦੀ ਨਾਲ ਮੀਂਹ ਪੈ ਗਿਆ। ਕਿਸਾਨ ਖੁਸ਼ ਨੇ। ਨਾਲ ਦੀ ਨਾਲ ਬਾਰਿਸ਼ ਹੋ ਗਈ, ਬੱਦਲ ਗਰਜੇ, ਮੀਂਹ ਪੈ ਗਿਆ। ਹਰਖ ਗਿਆ ਸ਼ਿਵ ਜੀ, ਗੁੱਸੇ ਦੇ ਵਿੱਚ ਆ ਗਿਆ, ਗੱਜ ਕੇ ਬੋਲਿਆ। ਕਹਿੰਦਾ ਪ੍ਰਮਾਤਮਾ ਮੈਂ ਤੇ ਕਿਹਾ ਸੀ ਜਦੋਂ ਮੈਂ ਚਾਹਾਂ ਉਦੋਂ ਮੀਂਹ ਪਵੇ,
ये मेरी मर्जी बिना किवें पै गया। कहंदे याद कर तू मंगिया सी भी जदों डमरू वजावे उदों मींह पएगा, तू डमरू वजाया तो मींह पै गया। कहंदा नहीं, ये मैं मींह पाउणा नहीं चाहुंदा सी, मैं तो सिर्फ डमरू वजाउणा चाहुंदा सी। ये उवें नहीं हो रहा जिवें मैं चाहुंदा, ये तो उवें हो रहा जिवें तू चाहुंदा। गज के आखो सतनाम। ये तो उवें ही हो रहा, मेरी मर्जी तो चलदी नहीं। फिर शिव जी ने खुदा तो माफ़ी मंगी, फिर उही काम अपना सौंपिया। मिथ है जी, मिथ। दोबारा मैं फिर दस दियाँ, कई बार फिर इत्थे गल सुन के भी बाबा तो शिव जी दियाँ सुनाई जाता सी, घर दे जाके आप शिव जी की पूजा कर लग जाइए। हिंदू वीर मानते ने रब मनण। शिव जी एक कहानी है जी, मिथ मिथ होंदी है, मिथिहास एक आपां नूं समझाउण वास्ते बनाई हुई कहानी, जिहड़ी गल सच्ची ना होवे। आओ आप धारना पढ़िए, उस तो बाद अगे दियां विचारां। प्यारे आपी ने आप साजे हो, आपी ने रचे हो। प्यारे आपी ने आप आपी ने रचे हो। तू ही कुदरत साजी है, तू ही कुदरत। सारे आसन देखो, सारे आसन देखो। पौड़ी आपी ने आपी ने रचे हो। देखियो जी, पहले पातशाह धन गुरु नानक देव जी कह रहे, कहते आपी ने आप साजियो। परमात्मा ने अपने आप को साजिया। फिर आपी ने रचियो ना, अपने आप अपना नाम बनाया, लोगों को दस्या भी परमात्मा नाम की कोई चीज़ है। फिर दूजे नंबर से दूई कुदरत साजी है, कर आसन देखो। प्यारे दूई कुदरत, कर आसन देखो। दूजे नंबर से कुदरत साजी, ये दुनिया बनाई। फल फुल पेड़ पौधे जानवर पशु पंछी मनुख बनाया, पूरी कुदरत धरती आकाश। दूजे नंबर से कहने फिर कुदरत साजी, दाता करता आप तू तुत देवै करे, तुत देवै करे, तुत देवै करे। दाता करता आप तुस देवै करे, गज के तुस देवै करे। प्यारे तू जानो ही सब तै दे, सारे आसन देखो, सारे आसन देखो, सारे आसन देखो, सारे आसन देखो। परमात्मा ने अपने आप को बनाया, परमात्मा ने सानू। जे सरदार लीला सिंह जी का कदे इस धरती से जन्म होया सी, वो भी परमात्मा के हुक्म के ही सी, जिमें वो चाहते सी। ते अज जे सदे ने उन्होंने ते बुलावे, ते सरदार लीला सिंह जी वो चले भी गए ने, ये भी उन्होंने हुक्म के ही। हुक्म है अंदर सबको, बाहर हुक्म ना कोए। ये पौड़ी पढ़ी सी ना आसा दी वार दी, पहले पातशाह। वेखो उन्होंने भी, जे आप होर किसी धर्म के ग्रंथ पढ़ीए ना, लिखिया हुंदा जी साडे इस देवते ने आ चीज़ साजी, दुनिया साजी, साडे इस पीर पैगंबर ने। पातशाह जी कहते नहीं, भावें गुरु नानक देव जी नूं बाकी गुरुआं ने कहा भी आप नारायण कला धार जग मैं परवरियो, पर गुरु नानक जी कहते नहीं, कहते आप ही ने आप साजे हो। दूई कहते कुदरत साजी है। हुक्म अंदर सब, हुक्म अंदर सब, बाहर हुक्म
ਉਹਦਾ ਹੋਤੇ ਹੋਤੇ ਹੀ ਰਹੇ ਆ। ਆਪਾਂ ਸ਼ੁਰੂਆਤ ਦੇ ਵਿੱਚ ਸ਼ਬਦ ਪੜ੍ਹਿਆ ਸੀ ਨਾ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ। ਬਾਬਾ ਫਰੀਦ ਜੀ ਦੀ ਜੇ ਬਾਣੀ ਪੜ੍ਹੀਏ ਨਾ, ਸਾਰੀ ਬੈਰਾਗਮਈ ਲਗਭਗ ਉਹਨਾਂ ਨੇ ਮੌਤ ਤੋਂ ਇਲਾਵਾ ਮੈਨੂੰ ਲੱਗਦਾ ਕੁਝ ਲਿਖਿਆ ਹੀ ਨਹੀਂ। ਉਹਨਾਂ ਨੇ ਮੌਤ ਦੀ ਹੀ ਗੱਲ ਕਹਿੰਦੇ ਨਹੀਂ ਹੁੰਦੇ, ਜਿਹਨੂੰ ਮੌਤ ਚੇਤੇ ਹੈ ਜੀ ਉਸ ਨੂੰ ਰੱਬ ਚੇਤੇ ਹੈ। ਬਾਬਾ ਫਰੀਦ ਜੀ ਨੇ ਲਗਭਗ ਆਪਣੀ 90% ਬਾਣੀ ਮੌਤ ਦੇ ਉੱਪਰ ਹੀ ਲਿਖੀ। ਕਹਿੰਦੇ ਜੀ ਫਰੀਦਾ ਖਿੰਥੜ ਮੇਖਾਂ ਅਗਲੀਆਂ, ਇਹ ਚੋਲਾ ਇਹ ਕੱਪੜਾ ਪਹਿਨਿਆ, ਇਹਨੂੰ ਤੂੰ ਸਿਉਂ ਸਕਦਾ ਜੇ ਪਾੜ ਜਾਵੇ। ਖਿੰਥੜ ਕਹਿੰਦੇ ਆ ਜੀ ਚੋਲੇ ਨੂੰ, ਗੋਦੜੀ ਵੀ ਕਹਿ ਦਿੰਦੇ ਆ ਇਹਨੂੰ। ਖਿੰਥੜ ਮੇਖਾਂ ਅਗਲੀਆਂ, ਮੇਖਾਂ ਦਾ ਭਾਵ ਟਾਂਕੇ ਲਾ ਕੇ, ਤੋਪਾ ਲਾ ਕੇ ਇਹਨੂੰ ਸਿਉਂ ਸਕਦਾ। ਜੇ ਕਿਤੇ ਚੋਲਾ ਤੇਰਾ ਕੋਈ ਕੱਪੜਾ, ਤੇਰੇ ਕੋਈ ਪੱਗ ਪਾੜ ਜਾਵੇ, ਉਹਨੂੰ ਤੂੰ ਸਿਉਂ ਸਕਦਾ। ਪਰ ਕਹਿੰਦੇ ਜਿੰਦ ਨਾ ਕਾਈ ਮੇਖ, ਕਹਿੰਦੇ ਜਿੰਦ ਇੱਕ ਵਾਰ ਤੇਰੇ ਸਰੀਰ ਦੇ ਵਿੱਚੋਂ ਨਿਕਲ ਗਈ ਤੇ ਮੁੜ ਕੇ ਇਸ ਨੂੰ ਵਾਪਸ ਤੂੰ ਸਰੀਰ ਦੇ ਵਿੱਚ ਪਾ ਕੇ ਪਰੋ ਨਹੀਂ ਸਕਦਾ, ਸਿਉਂ ਨਹੀਂ ਸਕਦਾ। ਦੁਬਾਰਾ ਸੁਣਿਓ ਜੀ, ਕਹਿੰਦੇ ਜਦੋਂ ਤੇਰਾ ਕੋਈ ਕੱਪੜਾ ਪਾੜ ਜਾਵੇ ਉਹਨੂੰ ਤੇ ਸਿਉਂ ਲੈਣਾ, ਪਰ ਤੇਰੀ ਜਿੰਦ ਇੱਕ ਵਾਰ ਸਵਾਸ ਸਰੀਰ ਦੇ ਵਿੱਚੋਂ ਨਿਕਲ ਗਏ ਨਾ, ਉਹਨੂੰ ਤੂੰ ਦੁਬਾਰਾ ਸਿਉਂ ਨਹੀਂ ਸਕਦਾ। ਕਹਿੰਦੇ ਫਰੀਦਾ ਦੋਹ ਦੀਵੀ ਬੁਲੰਦਿਆਂ, ਦੋ ਅੱਖਾਂ ਦੋ ਦੀਵੇ ਨੇ, ਇਹ ਸੰਸਾਰ ਨੂੰ ਵੇਖ ਰਹੇ ਨੇ। ਦੋਹ ਦੀਵੀ ਬੁਲੰਦਿਆਂ, ਵੇਖਦੇ ਵੇਖਦੇ ਕੀ ਹੋਇਆ ਜੀ? ਕਹਿੰਦੇ ਮਲਕ ਬੈਠਾ ਆਏ, ਕਹਿੰਦੇ ਮੌਤ ਦਾ ਫਰਿਸ਼ਤਾ ਦਿਖਿਆ ਆਉਂਦਾ, ਮੌਤ ਦਾ ਫਰਿਸ਼ਤਾ ਆ ਗਿਆ। ਮੌਤ ਦਾ ਫਰਿਸ਼ਤਾ ਆਉਂਦਾ, ਕਹਿੰਦੇ ਮਲਕ ਬੈਠਾ ਹੈ। ਮਲਕ ਕਹਿੰਦੇ ਨੇ ਮੌਤ ਦੇ ਫਰਿਸ਼ਤੇ ਨੂੰ। ਗੜ ਲੀਤਾ, ਕਹਿੰਦੇ ਸ਼ਮਕ ਇੱਦਾਂ ਗਲ ਦੇ ਵਿੱਚ ਪਾਈ, ਘਟ ਲੁੱਟਿਆ, ਸਵਾਸ ਕੱਢ ਲਏ, ਦੀਵੜੇ ਗਿਆ ਬੁਝਾਏ, ਅੱਖਾਂ ਸਦਾ ਲਈ ਬੰਦ ਹੋ ਗਈਆਂ, ਸੰਸਾਰ ਦਿਖਣਾ ਬੰਦ ਹੋ ਗਿਆ। ਇੰਨੀ ਕੁ ਖੇਡ ਬਸ। ਪਹਿਲਾਂ ਕੀ ਸੀ ਜੀ? ਫਰੀਦਾ ਦੋ ਦੀਵੀ ਬੁਲੰਦੀਆਂ, ਅੱਖਾਂ ਵੇਖ ਰਹੀਆਂ ਸੰਸਾਰ ਨੂੰ, ਹੁਣ ਦੇਖੀ ਜਾਂਦੀਆਂ। ਮੇਰੀਆਂ ਅੱਖਾਂ ਵੇਖੀਆਂ ਤੁਹਾਡੀਆਂ, ਕੀ ਪਤਾ ਕਿਹੜੇ ਵੇਲੇ ਮਲਕ ਬੈਠਾ ਆਏ, ਕਿਹੜੇ ਵੇਲੇ ਰੱਬ ਦੇ ਫਰਿਸ਼ਤੇ ਨੇ ਆ ਜਾਣਾ, ਸਵਾਸ ਕੱਢ ਕੇ ਲੈ ਜਾਣੇ ਹੈ ਤੇ ਅੱਖਾਂ ਬੰਦ ਹੋ ਜਾਣੀਆਂ। ਅੱਖਾਂ ਵੇਖਣ ਨੂੰ ਖੁੱਲੀਆਂ ਲੱਗਣੀਆਂ, ਪਰ ਸੰਸਾਰ ਨੂੰ ਵੇਖ ਨਹੀਂ ਸਕਣਾ ਮੈਂ। ਇੱਕ ਮਿੰਟ ਦੀ, ਇੱਕ ਸਕਿੰਟ ਦੀ, ਇੱਕ ਪਲ ਦੀ, ਇੱਕ ਛਿਣ ਦੀ ਖੇਡ ਹੈ। ਇੱਕ ਛਿਣ ਦੇ ਵਿੱਚ ਹੀ ਸਵਾਸ ਲੈ ਜਾਣੇ ਤੇ ਫਿਰ ਕੀਤਾ ਕੀ ਜਾਏ ਜੀ? ਕੀਤਾ ਕੀ ਜਾਏ ਜੇ ਮੌਤ ਤੇ ਆਉਣੀ ਹੈ? ਕੀ ਕਹਿੰਦੇ ਪਾਤਸ਼ਾਹ ਜੀ? ਕਹਿੰਦੇ ਭਾਈ ਨਾਮ ਜਪਿਆ ਕਰੋ, ਨਾਮ ਜਪਿਆ ਕਰੋ। ਕਹਿੰਦੇ ਜੀ ਕੀ ਹੋਣਾ? ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਕੁਝਾ ਇੱਕ ਦੇ ਬੁਝਾਈ। ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਣਕ। ਬੰਦਾ ਜੀ ਗੱਡੀ ਦੇ ਵਿੱਚ ਉਤਰਿਆ, ਮਹਿੰਗੀ ਗੱਡੀ ਦੇ ਵਿੱਚੋਂ ਇੱਥੇ ਕੋਈ ਆਵੇ ਤੇ ਆਪਾਂ ਸਾਰੇ ਇੱਦਾਂ ਨੀਵੀਂ ਪਾ ਲੈਣ ਨਾ, ਵੇਖ ਕੇ ਵੀ ਤਕੜਾ ਬੰਦਾ ਹੈ। ਗੱਡੀ ਦੇ ਵਿੱਚ ਉਤਰੇ ਜੀ, ਚਿੱਟੇ ਕੱਪੜੇ ਪਾਏ ਹੋਏ ਨੇ, ਮਹਿੰਗਾ ਕੱਪੜਾ ਪਹਿਨਿਆ ਹੋਇਆ, ਬੜਾ ਮਹਿੰਗਾ ਲੱਗਦਾ ਹੈ। ਮਹਿੰਗੀ ਘੜੀ, ਸ਼ੰਪਾਂ ਛੱਲੇ, ਸੋਨਾ ਪਾਇਆ ਹੋਇਆ ਹੈ ਗਲ ਦੇ ਵਿੱਚ, ਵੇਖਣ ਨੂੰ ਬੜਾ ਮਹਿੰਗਾ ਲੱਗਦਾ ਹੈ। ਕੋਲ ਆਇਆ, ਜਦੋਂ ਗੱਲ ਕੀਤੀ ਉਹੀ ਜਬਲੀ ਜੀ ਮਾਰਤੀ, ਗੱਲ ਸਸਤੀ ਜੀ ਕਰਤੀ। ਵੇਖਣ ਨੂੰ ਮਹਿੰਗਾ ਲੱਗਦਾ ਸੀ ਪਰ ਗੱਲ ਸਸਤੀ ਜੀ ਕਰ ਦਿੱਤੀ। ਇੱਕ ਬੰਦਾ ਜੀ ਸ਼ਾਮ ਨੂੰ ਆਇਆ, ਥੱਕਿਆ ਹਾਰਿਆ ਦਿਹਾੜੀ ਤੋਂ, ਪਾਟੇ ਜੇ ਕੱਪੜੇ, ਨਹਾਉਣ ਦਾ ਟਾਈਮ ਨਹੀਂ ਲੱਗਿਆ, 5 ਇਸ਼ਨਾਨਾਂ ਹੀ ਕਰਕੇ ਆ ਗਿਆ ਵੀ ਮੈਂ ਗੁਰੂ ਦੇ ਮੱਥਾ ਤੇ ਟੇਕ ਕੇ ਆਉਣਾ, ਸਮੇਂ 'ਚੋਂ ਸਮਾਂ ਕੱਢ ਕੇ ਦਿਹਾੜੀ ਤੋਂ ਥੱਕਿਆ ਹੋਇਆ ਵੀ ਆ ਗਿਆ। ਉਹ ਪਿਆਰ ਵਾਲਾ ਸੀ, ਆਇਆ ਤੇ ਵੇਖਣ ਨੂੰ ਗਰੀਬ ਜਿਹਾ ਲੱਗਦਾ, ਵੇਖਣ ਨੂੰ ਸਸਤਾ ਜਿਹਾ। ਗੱਲ ਕੀਤੀ ਤੇ ਲੋਕ ਕਹਿੰਦੇ ਵੀ ਗੱਲ ਬੜੀ ਘੈਂਟ ਕੀਤੀ, ਆਨੰਦ ਦੇਤਾ, ਆਨੰਦ ਆ ਗਿਆ ਜੀ, ਗੱਲ ਬੜੀ ਸੋਹਣੀ ਕੀਤੀ। ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਗੁਰੂ ਵਾਲਾ ਬਣ ਜਾਏਗਾ, ਕੱਪੜੇ ਭਾਵੇਂ ਤੂੰ ਸਸਤੇ ਪਾਈ ਭਾਵੇਂ ਮਹਿੰਗੇ, ਕੋਈ ਫਰਕ ਨਹੀਂ ਪੈਣਾ। ਗੱਡੀ 'ਚ ਭਾਵੇਂ ਛੋਟੀ ਚਾਹੀ ਭਾਵੇਂ ਵੱਡੀ, ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਜਦੋਂ ਤੂੰ ਗੁਰੂ ਵਾਲਾ ਬਣ ਗਿਆ ਨਾ, ਫਿਰ ਕੀ ਹੋਣਾ ਜੀ? ਇੱਕ ਵੀ ਗੁਰੂ ਦੀ ਗੱਲ ਸੁਣ ਲਈ, ਫਿਰ ਕੀ ਹੋਣਾ? ਮਤ ਵਿੱਚ ਰਤਨ ਜਵਾਹਰ ਮਾਣਕ। ਮਤ ਸਾਡੇ ਦਿਮਾਗ ਦੇ ਵਿੱਚ, ਸਾਡੀ ਸੋਚ ਦੇ ਵਿੱਚ ਕੀ ਹੋਣਾ ਜੀ? ਰਤਨ ਜਵਾਹਰ ਮਾਣਕ। ਰਤਨ ਹੁੰਦੇ ਆ ਜੀ ਮਹਿੰਗੀਆਂ ਧਾਤਾਂ, ਜਿਵੇਂ ਸੋਨਾ ਹੁੰਦਾ ਨਾ, ਜਵਾਹਰ ਮਾਣਕ ਉਦੋਂ ਮਹਿੰਗੀਆਂ ਚੀਜ਼ਾਂ, ਹੀਰੇ ਮੋਤੀ।
ਕਹਿੰਦੇ ਇਹੋ ਜਿਹੇ ਤੁਹਾਡੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਫਿਰ ਵਿਚਾਰ ਆਉਣੇ ਆ ਮਹਿੰਗੇ ਮਹਿੰਗੇ। ਕਹਿੰਦੇ ਕਦੋਂ? ਜੇ ਇੱਕ ਗੁਰ ਕੀ ਸਿੱਖ ਸੁਣੀ, ਕਦੋਂ? ਕਿਨਕਾ ਵੀ ਇੱਕ ਜੇ ਪਾਤਸ਼ਾਹ ਜੀ ਦਾ ਮਨ ਦੇ ਵਿੱਚ ਵਸਾ ਲਿਆ। ਦੋ ਖੰਭ ਨੇ ਜੀ ਗੁਰਸਿੱਖ ਦੇ, ਇੱਕ ਸਿਮਰਨ ਜਦੋਂ ਨਾਮ ਜਪ ਲਿਆ ਚੰਗੇ ਚੰਗੇ ਵਿਚਾਰ ਆਉਣੇ ਆ। ਪਾਤਸ਼ਾਹ ਜੀ ਨੇ ਲੇਖਾ ਲਿਖਣਾ ਹੈ, ਉਹ ਕਾਹਦਾ? ਦੂਜਾ ਖੰਭ ਹੈ ਜੀ ਸੇਵਾ ਦਾ। ਜਦੋਂ ਸੇਵਾ ਕਰਾਂਗੇ ਤੇ ਉਹ ਲੇਖਾ ਲਿਖਿਆ ਜਾਣਾ, ਇੰਨਾ ਸਮਾਂ ਸੇਵਾ ਕੀਤੀ ਜੀ, ਦਸਵੰਧ ਕੱਢੇ ਆਪਣੇ ਸਵਾਸਾਂ ਦਾ ਵੀ। ਦੋਵਾਂ ਦਾ ਫਾਇਦਾ ਕੀ ਹੋਣਾ ਜੀ? ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ। ਕੀਬੋਰਡ ਬੰਦ ਕਰੋ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ। बोलो सारे गज के बोलो। सेवा करके जी नाम जपीए ता, प्यारे जी सेवा करके मान पाई। प्यारे जी सेवा करके मान पाई है। सेवा करके जी सारे बोलो मान पाई। सेवा करके नाम जपीए नाम जपीए नाम जपीए सेवा करके मान पाई। नाम जपीए सेवा करके मान पाई। नाम कहने फिर जपना किवें है, होर की फायदे होणगे? कहने जिन्नी नाम ध्याया गए मुसाकत काल। जिन्हां ने नाम जपिया सी ना उन्हां दे बंद बंद भी कट दिते। जिन्हां ने नाम जपिया सी उन्हां नूं चरखड़ियां ते भी चाढ़ दिता गया, उन्हां नूं देगां दे विच भी वाल दिता गया, उन्हां नूं नीहां दे विच उन्हां दे छोटे छोटे बच्चों के कलेजे कढ़ के उन्हां दे प्यो के मूँह दे विच थुन्ने गए। बच्चे का कलेजा कट के उहदे मूँह दे विच पाया गया। उन्होंने फिर भी हार नहीं मनी। क्यों? उन्हां कोल नाम की शक्ति सी, नाम सी, नितनेम सी, नाम जपिया होया सी। कहंदे किद्दां जपना जी? फिर कोई विधि दसो। तो फिर होना की है? नाम जपो जी ऐसे ऐसे ध्रुव प्रहलाद जप्यो हर जैसे। ध्रुव प्रहलाद बारे सारे सियाणे बैठे हो, सारे ने सुनिया। ध्रुव भगत कहने प्रहलाद जिमें जिमें उन्होंने नाम जपिया, भावें हाथी मूहरे सुट दिता जाए, भावें चिथा दे विच जिउंदे नूं साड़न की कोशिश की जाए, भावें कदे गर्म थम्मां दे नाल बन्निया जाए, फिर भी नाम जपणों ना हटी।
तू की करदा, तू तो कहना जी मैं रात लेट सुता सी ते अज मैनू नितने वेले जाग नहीं आउणी, गुरु घर जाना नहीं जाता जी, क्यों रात नूं थके हुंदे जी, लेट आईदा नहीं, बहाना नहीं, किते बहाने नहीं। जिद्दे फिर परमात्मा आवदी आई ते आ गया ना, नदर उठी जे करे सुल्ताना कहो, जिद्दे ने अपनी नज़र पुठी कर लई ना, फिर सुल्ताना राजे तो घाहो कराएंदा कख बना दिंदा है। कख दी कोई वैल्यू कोई कीमत नहीं हुंदी। सुल्तान हुंदा जी राजा, जिद्दे कहंदे नदर पुठी करे, सुधर जा, टाइम रहदे सुधर जा, नाम जप ला, नाम जप लै निमाणी जिंदे मेरिए, नाम जप लै निमाणी जिंदे मेरिए, औखे वेले कम आऊंगा, नाम जप लै, नाम जप लै, नाम जप लै निमाणी जिंदे मेरिए, औखे वेले कम आऊंगा। माई भाई पहुँचा, सब नूं जी आया, सब का धन्नवाद। पर अपने कोल बाबा सतनाम सिंह जी तेलीवाड़ा रतीए कोल हरियाणे तो वो भी पहुँचे ने, बहुत धन्नवाद जी, जियो आया। अरदास दातिया, अरदास दातिया, अरदास दातिया, चरना विच तेरे, अरदास दातिया, चरना विच तेरे, दुख कट दुनिया में, दुख कट दुनिया में, दुख कट दुनिया में, बंद खुशियां तेरे, बंद खुशियां तेरे, मुख दुनिया मोड़ लगे, साइया तू मुखड़ा ना मोड़, मुख दुनिया मोड़ लगे, साइया तू मुखड़ा ना मोड़ी, तू मुखड़ा ना मोड़ी, तू मुखड़ा ना मोड़ी, दुनिया
पातशाह आउण वाले आई जाते हैं, जाण वाले जाई जाते हैं, सानू कुछ सेध मिल जाए। वेखो जी उन्हों की देह तो चली गई, उन्होंने हुण कीर्तन नहीं सुनना, उन्होंने आपां अरदास करनी है आत्मा नूं शांति वास्ते। पर जिहड़ा ये कीर्तन है, कथा है, ये अपने वास्ते है, ये आपां सुणीए, कुछ सिख के जाइए। की सीखिए जी? भी नाम जपीए। किद्दां जपीए? ध्रुव प्रहलाद जपिओ हर जैसे, नाम जपो जी ऐसे ऐसे। इदां नाम जपना फिर की होना जी? मत विच रतन जवाहर मानक। तो जदों फिर सतगुरु जी ने कृपा करती ना, फिर की होना जी? गुरु ग्रंथ साहिब जी के अंग नंबर 196 ते मारू राग दे विच एक पौड़ी है जी 5वें पातशाह दी। कहंदे जी जा तू मेरे वल है। असी लख वारी कह दईए ओ कोठी जी मेरी है। इत्थे तुहाडे पिंड दे विच कई कोठियां होणीਆਂ, मैं हथ करके इदां कह दवां ओ कोठी मेरी है, इदां थोड़ी हो जानी आ। मालक ने डंग खिच लैनी है भी मेरी है। फिर कानून की वारी आनी है, कानून ने कागज पत्तर वेखने भी हाँ ये तो यही है। गड्डी वाला मैं हथ करके कह दें मेरा है, ये मेरी है जी गड्डी, नहीं कागज पत्तर किहदे ने? ओहदी है जी। असी लख वार कह दईए पातशाह असी तेरे हाँ तू साडा है, असी अरदास करते हाँ, कहने हुंदे ने अरदास पूरी नहीं हुंदी। क्यों नहीं हुंदी? वो दसदा। क्यों नहीं सुनता मालक? कदों सुनेगा? किवें सुनेगा? असी लख वारी कह दईए पातशाह असी तेरे हाँ, असी तेरे, साडे लख वारी नाल गल नहीं बननी। पातशाह नूं एक बार कह लैण दिओ, ओ सिखा तू अज तो मेरा है, गज के आखो सतनाम। गुरु जी नूं एक बारी कह देण दिओ, असी लख वारी, असी करोड़ वारी। स्पीकर ला लो वड्डा, उच्ची उच्ची बोल के आखिओ मैं जी गुरु दा सिख हाँ, मैं गुरु दा सिख हाँ। नहीं, जिदे गुरु ने कह दिता ना तू मेरा सिख है, उन्हें कदों कहना? जदों नाम जपिया, जदों नितनेम किया, जदों कर्म चंगे कीते, सेवा की, सिमरन किया, माड़े कर्म छड्डे, चुगली निंदिया त्यागी, वैर ईरखा त्यागी, माड़ी निगाह त्यागी, उदों फिर सतगुरु ने कहना ओ सिखा तू मेरा है। फिर की होना जी? आनंद आनंद सबको कहे, आनंद गुरु ते जानिया। सारी दुनिया कहती है जी आनंद आ गया। खा के ना चंगा जिहा बर्गर, चंगा जिहा पीजा, उदों भी कह देंगे आनंद आ गया। ये कहदा आनंद है? चंगे महंगे कपड़े पा के कह देंगे जी आनंद आ गया। ये कहदा आनंद है? कोठी पा के कहने आपां आनंद आ गया, जिहो जी मैं चाहुंदा सी उहो जी कोठी। नहीं, जिन्ना टाइम वो कोठी का रंग नहीं ना फिक्का पैंदा, उन्ना टाइम ही है ये तेरा झूठा आनंद। ਉਹਦਾ रंग फिक्का पै लैण दे, ਉਹਦੀਆਂ ਕੰਧਾਂ ਤੋਂ ਪਲਾਸਟਰ ਲੈ ਜਾਣ ਦੇ, ਇਹ आनंद खत्म हो जाना। तू ब्याह करवा के कहना है, बीबी कहती है ब्याह करवा के मेरे घर वाला तो सरकारी नौकरी है, मैं तो सरकारी नौकरी वाला चाहती सी, तो मेरे तो कर्मां दे विच आनंद है हुण वधिया। वो जे उसकी कोई गलबात हो गई, सरकारी नौकरी गई तो आनंद खत्म हो जाना। वो नौकरी का वो आनंद नहीं, ये की है जी खुशी। महंगे कपड़े पहने, ये है जी खुशी, दुनियावी खुशी। ये कुछ समय वास्ते होंदियां खुशियाँ। नवी कोई गड्डी लेती, नवी कोठी पाई, ये होंदी है जी खुशी। आनंद, आनंद कदों आना? आप शब्द पढ़ांगे पहला लहरीए के रूप के, क्योंकि इदा शांति च मन लगता सुस्त जे हो गए, ताकि नाल नाल आपां पढ़ते भी रहिए, गाउंदे भी रहिए, तो नाल नाल समझते भी रहिए। पौड़ी जा तू मेरे वल है, जा तू मेरे वल है, ता क्या मोह चंगा, क्या मोह चंगा, सब कुछ मैनू सौंपिया।
भज के खर्च रहंदा लख 84 मेदनी। लख 84 मेदनी लख 84 सब सेवक रंदा यह वैरी मित्र सब कीतिया। की कहते जी हुण अर्थ समझियो। कहते जदों पातशाह तू कहता ना भी आ मेरा सिख है, जदों तू साडे वल होया। कई बारी कोई रौलियां दे विच आपां जाने ना जी, पंचायतां दे विच थाणियां दे विच, उत्थे कई बार आपां नूं सपोर्ट मिल जे ना, MLA कहदे मैं हैगा तेरे नाल, फिर आपां डरांगे किसे तो नहीं डरना। सरपंच कह देवे पिंड दा मैं तेरे नाल आ, फिर वो धिर वाला ਜਿਹੜੇ पासे सरपंच हो जाए वो की डरदा मैंबरां तो। जिन्हों SHO कह देवे मैं तेरे नाल आ, उन्हें सिपाहियां तो की डरना, उन्हें इंस्पैक्टर तो की डरना। जिन्हों SSP कह दे वो मैं तेरे नाल आ, उन्हें DSP तो की डरना। और जिन्हों मोदी कह दे मैं तेरे नाल आ, उन्हें इन्हां लंडी पुछी तो की डरना। तो जदों फिर परमात्मा कह देवे ना, परमात्मा कहते भी तू मेरा सिखा ते मैं तेरा गुरु, उदों फिर दुनिया के डर खत्म। उदों दुनिया तो की डरना प्यार वाले ने, भावें नीहां दे विचों वाल दिओ, उदों अख दे विचों हंझू नहीं, प्यार आउणा है। उदों हाथे दा रोण वास्ते नहीं, अखां दे हंझू पूंजण वास्ते नहीं, तेरे चरण च अरदास करन वास्ते उठने हैं कि पातशाह इहो जिही बल उदम भरोसा बख्शिओ। की होना जी, कहते जा तू मेरा है बल है तां क्या मोहे छंदा। जदों तू मेरे वल आ ना, तेरी सपोर्ट है परमात्मा। हुण तू कहता भी ये मेरा सिख है, मैनू कासे चीज़ की लोड़ नहीं, तां क्या मोहे छंदा, मैनू कोई फिक्र नहीं। फिर की कहते जी, तुद सब किछ मैनू सौंपिया जा तेरा बंदा। जिहदे कोले शरीर तंदुरुस्त है, अंग सही ने, वो इसे दी शुकराना करे कि पातशाह मैनू इन्ना चंगा शरीर बख्श दिता, ऐदू वग की चंगी सेहत दे दी, ऐदू चंगा की जिहदे किसे दे एक अंग कोई खराब है, एक हाथ पैर नहीं, वो उसे दी शुकराना करे पातशाह मेरा तो एक अंग खराब है, कईयां दे दोवें हथ नहीं हुंदे, उन्हां नालों मैं चंगा, उहदा शुकराना करे। एक बंदे नूं बिल्कुल दीदा नहीं, अखां तो अन्ना है, वो भी शुकराना करे कि पातशाह कन्न ते दिते ने, बोलण वास्ते जुबान ते, समझण वास्ते दिमाग ते दिता है, उहदा ही शुकराना। जदों ये शुकराना कीता फिर की होना है, लक्ष्मी तोट ना आवई, लक्ष्मी तोट ना आवई, हाय खर्च रहंदा लख 84 मेदनी। लक्ष्मी कहते हैं जी, लक्ष्मी पैसे नूं आपां कहने ना लक्ष्मी माता आउणी है दिवाली वेले कहते हुंदे ने, लक्ष्मी कहते हैं पैसे नूं। कहते जदों पातशाह की कृपा हो गई, लक्ष्मी तोट ना आवई, पैसे की कोई तोट नहीं आउणी। खाए खर्च रहंदा, खाई जाई खुले खर्ची, जदों गीजे वाल वेखेगा ना तो भरे दा भरे रहना, गज के आपो सतनाम। पर होना कदों, जदों तू मेरे वल है। कहते नहीं होंगे भी तू एक बंदे नूं आपां इदां पंप दे के तोड़ दईए, तू थाने 'च जाके उहदे सीधा चली SHO कोल, वो बंदा उवें ही चले तो फिर डांगा ही पैणियां। एक आपां कहीए भी फलाने बंदे की सपोर्ट है, फिर बोली जाए एक सपोर्ट होंदी है। जदों परमात्मा की सपोर्ट हो गई, उदों खुला खर्ची खुला खाई। जदों गीजे वाल वेखेगा, अपने परस वाल वेखेगा तो भरे दा भरिया। बाणी के शब्द ने 1096 नंबर अंक के उत्ते खोल के वेख्यो, 5वें पातशाह के राग मारू दे विच कहंदे लक्ष्मी तोट ना आवई,
खाए खर्च रहंदा बचत ही रहनियाँ। कई बारी बंदा ਲੱਖ रुपया महीने का कमाਉਂਦਾ है, ਲੱਖ रुपया महीने का कमाਉਂਦਾ, कहना पता ही नहीं जी जाते कित्थे ने। एक बंदा 300 रुपया दिहाड़ी कमाਉਂਦਾ है, 9000 रुपया महीने का कमाਉਂਦਾ है। वो बंदा कहता जी बरकत है, क्योंकि वो माया के विच बरकत है, वो गुरु की किरपा है। एक अध्यापक है, स्कूल के विच टीचर है, मास्टर है, बच्चों को पढ़ाਉਂਦਾ, बच्चे डरते उसकी क्लास नहीं जाते। बच्चे कहते साड़ा तो मास्टर बड़ा भैड़ा है, बच्चे स्कूल ही बदल देंगे। कई बार होंदा जी इदा, स्कूल बदल देंगे बच्चे, कहते उत्तर डर लगता जी मास्टर बहुत भैड़ा है। एक मास्टर को बच्चे कहते जी असी तो उस को ही पढ़ना है। वो तो गुरु की किरपा है, वो तो गुरु की, गज के आखो जी, वो तो गुरु की किरपा है। तो किरपा असी भी लैनी है ना, किरपा सारिਆਂ ने लैनी है किरपा। असी भी चाहते हैं भी खाइए खर्चीए तो टोट ना आवे, वध तो जाई। खाओ खर्चो रल मिल पाई, टोट ना आवे वध तो जाई, टोट ना आवे वध तो जाई, टोट ना आवे वध तो जाई, टोट ना आवे वध तो जाई। ये भी बाणी दे शब्द ने, कहते खाओ खर्चो रल मिल पाई। अगली पंक्ति दे विच की पातशाह कहते लक्ष्मी टोट ना आवई, प्यारे लक्ष्मी टोट ना आवई, खाए खर्च रहंदा 184 मेदनी। सब सेव करंदा जे वैरी मित्र सब कीतिया। फिर की कहते जी, जदों तेरी किरपा हो गई, पहली गल तो माया की टोट नहीं आनी। देखियो जी ध्यान दिओ, पहला आप गल की सी बंदा आया चला जाना है, फिर कीता की जाए नाम जपो। किवें जिवें ध्रुव प्रहलाद ने जपिया, जिवें सज्जन ठग ने जपिया वास्ते, उवें नाम जपीए। जिवें बाबा बंदा बहादुर वर्गिया ने जपिया, बाबा दीप सिंह जी वर्गिया ने जपिया। कहते फिर की होना, फिर गुरु ने कहना भी ये मेरा सिख अज तो, जो वो परीक्षा के आप पास हो गए ना, फिर पैसे की तोड़ नहीं आनी। फिर की होना जी 184 मेदनी सब सेव करंदा। एक गल नोट करियो जी, सब्जी वेचण वाले आउंदे ना, ट्राली के उत्ते स्पीकर लग्या हुंदा है, आउंदे आ ना, ध्यान दिओ जी। सब्जी वेचण वाले आउंदे आ, कवाड़ीए आउंदे आ पिंडां दे विच, वो जदों होकरा दिंदे आ ना, स्पीकर चलदा है ते कुत्ते भौंकदे आ उन्हां पिछे, पशु तड़ाउंदे आ, मੱਝਾਂ तड़ाउंदियां। हुंदा जी इदां ही हुंदा, जदों कोई चीज़ शोर हुंदा है, कोई स्पीकर चलदा है, वो मੱਝਾਂ तड़ाउंदियां, कुत्ते भौंकदे आ। वो शोर करके नहीं, मੱਝਾਂ शोर तो नहीं तड़ाउंदियां, कुत्ते शोर तो नहीं भौंकदे। वो शोर दे विच किरपा नहीं, वो शोर गुरु के सामने बेसुर है। ध्यान दे, जदों गुरु ग्रंथ साहिब जी का स्वरूप किसी के घर जाता हो, नोट कर लियो अज तो बाद ये चीज़ कहने उन्हें चमत्कार, तो अज चमत्कार ही दिखाने तुहानूं दसदे भी किहड़ा हुंदा। गुरु जी का स्वरूप किसी के घर जो पाठ प्रकाश करते हैं ना, घर गुरु जी का स्वरूप जाता होवे, उच्ची उच्ची जकारे लायो, उच्ची उच्ची टल खड़कायो, बंदूखां दे उच्ची उच्ची फैर कढ़ियो। कोई चिड़ी जे चूं भी कर गई तो आके दस्यो, गज के आखो सतनाम। ना तो कुत्ते भौंकने हैं, ना मੱਝਾਂ तड़ाउणियां, ना इदा शोर शराबा होना है। क्यों? वो जकारियां दे विच शोर, वो किहदे वास्ते है? वो गुरु वास्ते है। वो शोर दे विच किरपा है, वो शोर दे विच जी किरपा है। ਜਿਹੜੇ तू कपड़े पहने ਉਹਦੇ ਵਿੱਚ गुरु की किरपा होवे। गुरु की किरपा काहदे विच है जी? गुरु की किरपा दस्तार दे विच, दस्तारां सजाइए, ਉਹਦੇ ਵਿੱਚ गुरु की किरपा है। गुरु जी कहते जित पहनिया तन पीड़ी है, मन में चले बेकार, होर पहनना खुशी कुवार। कहते कहे जा मर्जी कपड़ा पहन, हरेक कपड़े दे विच गुरु की खुशी है, पर
ਜਿਤ ਪਹਿੰਦਿਆਂ ਤਨ ਪੀੜੀ ਹੈ। ਜੇ ਤੇਰੇ ਕਹਿੰਦੇ ਤਨ ਨੂੰ ਬਿਮਾਰੀਆਂ ਲਾਉਣ ਵਾਲਾ ਕੱਪੜਾ, ਭੀੜੇ ਜੇ ਕੱਪੜੇ, ਤੰਗ ਜੇ ਕੱਪੜੇ ਉਹ ਨਾ ਪਹਿਨ। ਗੁਰੂ ਜੀ ਕੱਪੜਿਆਂ ਬਾਰੇ ਵੀ ਦੱਸਦੇ ਆ, ਜਿਤ ਖਾਧਿਆਂ ਤਨ ਪੀੜੀ ਹੈ, ਜਿਹਨੂੰ ਖਾਣ ਨਾਲ ਆਪਾਂ ਖਾਣੇ ਆ ਬਰਗਰ, ਆਪਾਂ ਖਾਣੇ ਆ ਬੀਜੇ, ਕੈਸਟਰੋਲ ਹੀ ਵਧਣਾ। ਫਿਰ ਚੰਗਾ ਖਾ, ਗੁਰੂ ਜੀ ਸਭ ਚੀਜ਼ ਦੱਸਦੇ ਆ, ਫਿਰ ਕਿਰਪਾ ਕਿਵੇਂ ਨਾ ਹੋਵੇ। ਲੱਖ 84 ਮੇਦਨੀ ਸਭ ਸੇਵ ਕਰਨ ਦਾ, ਗੱਜ ਕੇ ਸਭ ਸੇਵ ਕਰਨ ਦਾ, ਪੈਰੀ ਮਿੱਤਰ ਸਭ ਕੀਤਿਆ। ਕੀ ਕਹਿੰਦੇ ਜੀ, ਪਹਿਲਾਂ ਤੇ ਲੱਖ 84 ਮੇਦਨੀ। ਇਹ ਗੱਲ ਨੋਟ ਕਰਿਓ, ਮਹਾਰਾਜ ਦਾ ਸਰੂਪ ਕਿਸੇ ਦੇ ਘਰ ਜਾਂਦਾ ਹੋਵੇ। ਕਿਉਂ? ਪਸ਼ੂ ਪੰਛੀ ਉਹ ਵੀ ਪਰਮਾਤਮਾ ਨੂੰ ਸਲਾਮਾ ਕਰਦੇ ਆ ਝੁਕ ਝੁਕ ਕੇ। ਇਹ ਤੇ ਬੰਦਾ ਹੀ ਹੈ ਜਿਹੜਾ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ, ਗੁਰੂ ਘਰ ਨਹੀਂ ਆਉਂਦਾ, ਇੱਥੇ ਕੋਈ ਸੇਵਾ ਨਹੀਂ ਕਰਦਾ। ਪਸ਼ੂ ਪੰਛੀ ਤੇ ਉਸ ਜੂਨੀ ਦੇ ਵਿੱਚ ਉਹ ਤੇ ਪੂਰਾ ਸਤਿਕਾਰ ਕਰਦੇ ਆ। ਫਿਰ ਕੀ ਹੋਣਾ ਜੀ? ਪੈਸੇ ਦੀ ਤੋਟ ਨਹੀਂ ਆਉਣੀ। ਜਦੋਂ ਫਿਰ ਆਪਾਂ ਬੋਲਾਂਗੇ ਨਾ, ਇੱਦਾਂ ਕਹਿਣ ਦੀ ਲੋੜ ਨਹੀਂ ਵੀ ਰੌਲਾ ਪਾਓ, ਰੌਲਾ ਨਾ ਪਾਓ ਜੀ, ਸ਼ਾਂਤੀ ਰੱਖੋ। ਜਦੋਂ ਕਿਸੇ ਮਾਸਟਰ ਉੱਤੇ ਕਿਰਪਾ ਹੋ ਗਈ ਤੇ ਬੱਚਿਆਂ ਨੇ ਕਹਿਣਾ ਵੀ ਅਸੀਂ ਤੇ ਇਸੇ ਕੋਲੋਂ ਕਲਾਸ ਲਾਉਣੀ ਹੈ, ਕਿਉਂਕਿ ਉਹ ਮਾਸਟਰ 'ਤੇ ਕਿਰਪਾ ਹੋ ਗਈ, ਉਹਦੇ ਬੋਲਾਂ ਦੇ ਵਿੱਚ ਕਿਰਪਾ ਆ ਜਾਣੀ ਹੈ। ਜਦੋਂ ਕੋਈ ਬੀਬੀ ਨਿਤਨੇਮ ਕਰਕੇ ਪ੍ਰਸ਼ਾਦਾ ਬਣਾਏਗੀ, ਉਹ ਪ੍ਰਸ਼ਾਦੇ ਦੇ ਵਿੱਚ ਕਿਰਪਾ ਆ ਜਾਣੀ ਹੈ। ਨਿਤਨੇਮ ਨਹੀਂ ਪੜ੍ਹ ਸਕਦੀਆਂ ਬੀਬੀਓ, ਵਾਹਿਗੁਰੂ ਵਾਹਿਗੁਰੂ ਕਰਕੇ ਪ੍ਰਸ਼ਾਦੇ ਬਣਾਇਓ, ਉਹ ਛਕੇ ਘਰ ਵਾਲਾ, ਤੇ ਵੇਖਿਓ ਪ੍ਰਸ਼ਾਦੇ ਕਰਕੇ ਤੁਹਾਨੂੰ ਲੱਗਦਾ ਵੀ ਗਾਲਾਂ ਕੱਢੂ ਘਰ ਵਾਲਾ, ਉਹ ਪ੍ਰਸ਼ਾਦੇ ਦੇ ਵਿੱਚ ਕਿਰਪਾ ਹੋਣੀ ਹੈ। ਉਹ ਪ੍ਰਸ਼ਾਦੇ ਛਕ ਕੇ ਫਿਰ ਗੰਦੀਆਂ ਗਾਲਾਂ ਨਹੀਂ, ਘਰ ਵਾਲੇ ਨੇ ਵੀ ਨਾਮ ਹੀ ਜਪਣਾ ਹੈ, ਬੱਚਿਆਂ ਨੇ ਵੀ ਨਾਮ ਹੀ ਜਪਣਾ, ਕਿਉਂਕਿ ਉਹ ਪ੍ਰਸ਼ਾਦੇ ਦੇ ਵਿੱਚ ਕਿਰਪਾ ਹੈ। ਆਪਾਂ ਪ੍ਰਸ਼ਾਦੇ ਵੇਲੇ ਵੀ ਗਾਲਾਂ ਕੱਢਣੀਆਂ ਤੇ ਪ੍ਰਸ਼ਾਦਾ ਖਾਣ ਵਾਲੇ ਨੇ ਵੀ ਫਿਰ ਮੰਨਦਾ ਹੀ ਬੋਲਣਾ ਹੈ। ਫਿਰ ਕੀ ਹੋਣਾ ਜੀ? ਇਹ ਵੈਰੀ ਮਿੱਤਰ ਸਭ, ਵੈਰੀ ਮਿੱਤਰ ਸਭ ਕੀਤਿਆ, ਵੈਰੀ ਮਿੱਤਰ ਸਭ ਨਹਿ ਮੰਗੇ ਮੰਦਾ, ਲੱਖ 84 ਮੇਦਨੀ। ਕੀ ਹੋਣਾ ਜੀ? ਇਹ ਗੱਲ ਮੈਂ ਹੁਣ ਸਾਜ ਤਾਂ ਬੰਦ ਕਰਦੇ, ਸ਼ਬਦ ਹਜੇ ਰਹਿੰਦਾ ਸੀ, 2 ਲਾਈਨਾਂ ਆਪਾਂ ਬਾਅਦ 'ਚ ਪੜ੍ਹਦੇ ਹਾਂ। ਇਹ ਗੱਲ 'ਚ ਨਾ ਸਾਰੇ ਧਿਆਨ ਦਿਓ, ਤਾਂ ਕਿ ਫਿਰ ਸਾਜਾਂ ਬਣੇ ਧਿਆਨ ਜ਼ਿਆਦਾ ਜਾਂਦਾ। ਪੈਸੇ ਦੀ ਤੋਟ ਨਹੀਂ ਆਉਣੀ, ਇਹ ਤਾਂ ਆਮ ਗੱਲ ਸੀ, ਕੋਈ ਗੱਲ ਨਹੀਂ, ਪੈਸੇ ਬਿਨਾਂ ਸਰ ਜਾਂਦਾ ਹੈ। ਪੈਸੇ ਦੀ ਤੋਟ ਆ ਵੀ ਜਾਵੇ, ਬੰਦਾ ਭੁੱਖਾ ਨਹੀਂ ਮਰਦਾ, ਰੋਟੀ ਗੁਆਂਢੀਆਂ ਦੇ ਉਹ ਖਾ ਲਾਂਗੇ, ਕਿਤੋਂ ਨਾ ਕਿਤੋਂ ਗੁਰੂ ਘਰ ਜਾ ਕੇ ਖਾ ਲਾਂਗੇ, ਭੁੱਖਾ ਨਹੀਂ ਮਰਦਾ, ਸਰ ਜਾਣਾ ਹੈ, ਜ਼ਿੰਦਗੀ ਨਿਕਲ ਜਾਣੀ ਹੈ। ਅੱਗੇ ਕੀ ਸੀ ਜੀ? ਲੱਖ 84 ਮੇਦਨੀ, ਪਸ਼ੂ ਪੰਛੀ ਵੀ ਸਤਿਕਾਰ ਕਰਨਗੇ ਜਿੱਥੋਂ ਦੀ ਲੰਘ ਜਾਏਗਾ। ਇਹ ਨਹੀਂ ਹੈਗਾ ਤੈਨੂੰ ਦੇਖ ਕੇ ਮੱਝਾਂ ਨਹੀਂ ਤੜਾਉਣੀਆਂ, ਤੇਰੇ ਪਾਟੇ ਜੇ ਕੱਪੜੇ ਹੋਣ, ਲਿਬੜਿਆ ਤਿਬੜਿਆ ਹੋਵੇਂ, ਪਰ ਤੂੰ ਨਾਮ ਜਪਦਾ ਹੋਵੇਂ, ਤੇ ਤੈਨੂੰ ਪਸ਼ੂ ਪੰਛੀ ਵੀ ਸਲਾਮਾ ਕਰਨਗੇ। ਗੱਜ ਕੇ ਆਖੋ ਸਤਿਨਾਮ। ਇਹਦੇ ਨਾਲ ਚੱਲ ਜਾਣਾ ਹੈ। ਪਸ਼ੂ ਪੰਛੀ ਸਲਾਮਾ ਕਰਨ ਨਾ ਕਰਨ, ਸਰ ਜਾਣਾ ਹੈ। ਪੈਸੇ ਦੀ ਤੋਟ ਆਵੇ ਨਾ ਆਵੇ, ਸਰ ਜਾਣਾ ਹੈ। ਪਿਆਰਿਓ, ਕਈ ਵਾਰੀ ਨਾ ਆਪਣੇ ਨਾਲ ਈਰਖਾ ਕਰਨ ਵਾਲੇ ਹੁੰਦੇ ਆ ਪਿੰਡ ਦੇ ਵਿੱਚ। ਇਹ ਸੱਚੀ ਘਟਨਾ ਜੀ, ਸੁਣਿਓ। ਇੱਕ ਮਿੱਤਰ ਸੀ ਮੇਰਾ, ਕਹਿੰਦਾ ਜੀ ਮੇਰੇ ਨਾਲ ਪਿੰਡ ਦੇ ਨਾ ਕੁਝ ਕੁ ਬੰਦੇ ਈਰਖਾ ਕਰਦੇ ਆ ਬਹੁਤ ਜ਼ਿਆਦਾ। ਮੈਂ ਉਹਨਾਂ ਨਾਲ ਆਪਣੀ ਮਿੱਤਰਤਾ ਨੇੜਤਾ ਵਧਾਉਣੀ ਚਾਹੁੰਦਾ। ਮੈਂ ਉਹਨਾਂ ਨੂੰ ਤੁਰੇ ਜਾਂਦਿਆਂ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਉਣਾ, ਫਤਿਹ ਗਜਾਉਣਾ, ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਹੈ। ਉਹ ਮੇਰੀ ਸਤਿ ਸ੍ਰੀ ਅਕਾਲ ਵੀ ਨਹੀਂ ਮੰਨਦੇ, ਫਤਿਹ ਵੀ ਨਹੀਂ ਮੰਨਦੇ। ਤੁਸੀਂ ਐਂ ਕਰੋ ਪਿਆਰਿਓ, ਜੇ ਗੁਆਂਢੀ ਨਾਲ ਕਿਸੇ ਨਾਲ ਆਪਣੀ ਨਾ ਬਣਦੀ ਹੋਵੇ, ਇੱਥੇ ਗੁਰੂ ਘਰ ਉਹ ਦੇਗ ਵੰਡਦਾ ਹੋਵੇ, ਆਪਾਂ ਨੂੰ ਦੇਗ ਦੇਵੇ, ਆਪਾਂ ਲਈ ਲਵਾਂਗੇ, ਬਣਦੀ ਆਪਣੀ ਬਾਹਰ ਨਹੀਂ। ਗੁਰੂ ਘਰ 'ਤੇ ਆਪਾਂ ਦੁਸ਼ਮਣੀਆਂ ਵੀ ਭੁੱਲ ਜਾਂਦੇ ਹਾਂ। ਪਰ ਕਹਿੰਦਾ ਉਹ ਬੰਦਾ, ਜੇ ਮੈਂ ਗੁਰੂ ਘਰ ਦੇ ਵਿੱਚੋਂ ਬੈਠਾ ਨਾ ਪ੍ਰਸ਼ਾਦਾ ਛਕ ਰਿਹਾ, ਮੈਂ ਉਹਨੂੰ ਪ੍ਰਸ਼ਾਦਾ ਦੇਵਾਂ, ਉਹ ਮੈਥੋਂ ਪ੍ਰਸ਼ਾਦਾ ਨਹੀਂ ਫੜਦਾ। ਇੰਨੀ ਈਰਖਾ ਮੇਰੇ ਪ੍ਰਤੀ, ਪਤਾ ਨਹੀਂ ਕਿਉਂ। ਮੈਂ ਹੁਣ ਕੀ ਕਰਾਂ? ਕਹਿੰਦਾ ਜੇ ਮੈਂ ਉਹਦੇ ਜੂਠੇ ਭਾਂਡੇ ਚੱਕਾਂ ਨਾ, ਜੂਠੇ, ਉਹ ਵੀ ਨਹੀਂ ਚੱਕਣ ਦਿੰਦਾ। ਕਹਿੰਦਾ ਨਾ ਤੈਨੂੰ ਨਹੀਂ ਚਕਾਉਣੇ, ਹੋਰ ਨੂੰ ਬੋਲ ਮਾਰ ਲੂ, ਆਪੇ ਲੈ ਜੂ ਪ੍ਰਸ਼ਾਦੇ। ਦੂਜੇ ਬੰਦੇ ਨੂੰ ਬੋਲ ਮਾਰੂ, ਕਹਿੰਦਾ ਤੂੰ ਮੈਨੂੰ ਪ੍ਰਸ਼ਾਦਾ ਦੇ ਜਾ, ਉਹ ਤੋਂ ਪ੍ਰਸ਼ਾਦਾ ਨਹੀਂ, ਕਹਿੰਦਾ ਮੈਥੋਂ ਪ੍ਰਸ਼ਾਦਾ ਵੀ ਨਹੀਂ ਲੈਂਦਾ। ਇੰਨੀ ਈਰਖਾ। ਚਲੋ ਉਹਨੂੰ ਕਿਹਾ ਵੀ ਸ਼ਬਦ ਦਾ ਜਾਪ ਕਰ, ਜਾ ਤੂੰ ਮੇਰੇ ਵੱਲ ਹੈ ਜਿਹੜਾ ਆਪਾਂ ਪੜ੍ਹਿਆ ਹੁਣ ਵੀ ਇਹਦਾ ਜਾਪ ਕਰ, ਕਿਰਪਾ ਹੋ ਜਾਣੀ ਆ। ਤੇ ਜਾਪ ਕੀਤਾ ਜੀ। 20 ਕੁ ਦਿਨਾਂ ਬਾਅਦ ਖੁਸ਼ ਪੂਰਾ। ਸੱਚੀ ਘਟਨਾ ਜੀ, ਮੇਰੇ ਪਿੰਡ ਦਾ ਮਿੱਤਰ ਮੇਰਾ, ਸੱਚੀ ਘਟਨਾ ਇਹ। ਕਹਿੰਦਾ ਉਹੀ ਬੰਦਾ
ਪਹਿਲਾਂ ਮੈਂ ਉਹਨੂੰ ਫਤਿਹ ਬੁਲਾਉਂਦਾ ਸੀ, ਉਹ ਮੇਰਾ ਜਵਾਬ ਨਹੀਂ ਸੀ ਦਿੰਦਾ। ਮੈਂ ਲੰਘਦਾ ਹੋਵਾਂ ਉਹ ਆਪ ਬੁਲਾਉਂਦਾ, ਕਹਿੰਦਾ ਵੀ ਕਿਵੇਂ ਆ, ਆਪ ਫਤਿਹ ਬੁਲਾਉਂਦਾ। ਮੇਰੇ ਤੋਂ ਵੱਡਾ ਉਮਰ ਦੇ ਵਿੱਚ ਉਹ ਬਜ਼ੁਰਗ ਹੈ, ਮੇਰੀ ਉਮਰ 20-21 ਸਾਲ ਹੈ, ਮੈਨੂੰ ਆਪ ਫਤਿਹ ਬੁਲਾਉਂਦਾ। ਕਿਰਪਾ ਹੋ ਗਈ, ਨਾਮ ਜਪਿਆ। ਕਹਿੰਦਾ ਅੱਗੇ ਮੈਨੂੰ ਉਹ ਜੂਠੇ ਭਾਂਡੇ ਵੀ ਨਹੀਂ ਚੱਕਣ ਦਿੰਦੇ, ਮੈਥੋਂ ਪ੍ਰਸ਼ਾਦਾ ਨਹੀਂ ਲੈਂਦਾ ਸੀ। ਕਹਿੰਦਾ ਇੱਕ ਦਿਨ ਨਾ ਮੈਂ ਪ੍ਰਸ਼ਾਦਾ ਛਕ ਰਿਹਾ ਸੀ ਅਤੇ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਕੋਲੋਂ ਕਿਹੜੇ ਵੇਲੇ ਆਪ ਹੀ ਜੂਠੇ ਭਾਂਡੇ ਮੇਰੇ ਚੱਕ ਕੇ ਲੈ ਗਿਆ। ਗੱਜ ਕੇ ਆਖੋ ਸਤਿਨਾਮ। ਕਹਿੰਦਾ ਉਹੀ ਬੰਦਾ, ਬਾਣੀ ਵੀ ਕਹਿੰਦੀ ਹੈ ਜੀ, ਕਹਿੰਦੇ ਇਹ ਬੈਰੀ ਮਿੱਤਰ ਸਭ ਕੀਤਿਆਂ, ਜਿਹੜੇ ਤੇਰੇ ਵੈਰੀ ਨੇ ਨਾ ਵੈਰੀ, ਜਦੋਂ ਤੂੰ ਨਾਮ ਜਪਣ ਲੱਗ ਗਿਆ ਪੈਸੇ ਦੀ ਤੋਟ ਨਹੀਂ ਆਉਣੀ, ਪਸ਼ੂ ਪੰਛੀ ਸਤਿਕਾਰ ਕਰਨਗੇ। ਜਿਹੜੇ ਤੇਰੇ ਵੈਰੀ ਨੇ ਨਾ ਵਿਰੋਧੀ, ਤੂੰ ਇਹ ਅਰਦਾਸ ਨਾ ਕਰ ਪਾਤਸ਼ਾਹ ਜੀ ਮੇਰਾ ਵਿਰੋਧ ਖਤਮ ਕਰ ਦਿਓ, ਮੇਰੇ ਵਿਰੋਧੀਆਂ ਨੂੰ ਮਾਰ ਦਿਓ ਜੀ, ਉਹ ਮੇਰਾ ਵਿਰੋਧ ਕਰਦੇ ਨੇ, ਉਹਨਾਂ ਨੂੰ ਖਤਮ ਕਰ ਦਿਓ। ਨਾ ਨਾ, ਇਹ ਅਰਦਾਸ ਕਰ ਪਾਤਸ਼ਾਹ ਜੀ ਜਿਹੜੀ ਗੱਲੋਂ ਮੇਰੇ ਨਾਲ ਨਾਰਾਜ਼ ਨੇ ਨਾ, ਮੇਰਾ ਵਿਰੋਧ ਕਰਦੇ ਨੇ, ਮੇਰੇ ਨਾਲ ਮਿੱਤਰਤਾ, ਮੇਰੇ ਨਾਲ ਪ੍ਰੇਮ ਨਹੀਂ ਪਾਉਂਦੇ, ਮੇਰੇ ਵਿੱਚੋਂ ਕਮੀ ਖਤਮ ਕਰ ਦਿਓ। ਗੱਜ ਕੇ ਆਖੋ ਸਤਿਨਾਮ। ਪਾਤਸ਼ਾਹ ਜੀ ਮੈਂ ਤੇਰਾ ਤੇ ਤੂੰ ਅੱਜ ਤੋਂ ਮੇਰਾ ਹੈ। ਫਿਰ ਗੁਰੂ ਦੀ ਗੱਲ ਵੀ ਮੰਨਣੀ ਪੈਣੀ ਹੈ। ਗੁਰੂ ਕੀ ਕਹਿੰਦਾ ਜੀ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਸਵੇਰੇ ਸਵੇਰੇ ਗੁਰੂ ਜੀ ਆਵਾਜ਼ਾਂ ਮਾਰਦੇ ਨੇ ਰੋਜ਼। ਕੀ ਕਹਿੰਦੇ ਜੀ, ਗਾਵੋ ਸੱਚੀ ਬਾਣੀ। ਕਹਿੰਦੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਕਿੰਨਾ ਪਿਆਰ ਨਾਲ ਆਵਾਜ਼ਾਂ ਮਾਰਦੇ। ਅਤੇ ਆਪਾਂ ਪਤਾ ਜੀ, ਆਪਾਂ ਉਦੋਂ ਖੇਸ 'ਚ ਮੂੰਹ ਲਕੋਈ ਪਏ ਹੁੰਦੇ, ਆਪਾਂ ਨੂੰ ਸੁਣਦੀ ਨਹੀਂ ਆਵਾਜ਼। ਸਤਿਗੁਰੂ ਜੀ ਆਵਾਜ਼ਾਂ ਮਾਰਦੇ ਨੇ, ਕਹਿੰਦੇ ਆਓ ਸਿੱਖ ਸਤਿਗੁਰ ਕੇ ਪਿਆਰਿਓ। ਪਿਆਰਿਓ ਵੇਖੋ ਕਿੰਨਾ ਪਿਆਰ ਨਾਲ ਬੁਲਾ ਰਹੇ ਨੇ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਕਿੰਨੇ ਪਿਆਰ ਨਾਲ ਜਦੋਂ ਇਹ ਗੱਲਾਂ ਮੰਨਾਂਗੇ ਨਾ। ਸਵੇਰੇ ਗੁਰੂ ਨੇ ਕਿਹਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਅਤੇ ਅੱਗੇ ਆਪਾਂ ਹੀ ਬੋਲੀਏ ਵੀ ਗਾਵੋ ਸੱਚੀ ਬਾਣੀ। ਗੁਰੂ ਨੂੰ ਨਾ ਬੋਲਣਾ ਪਵੇ। ਗ੍ਰੰਥੀ ਸਿੰਘ 'ਤੇ ਪੜ੍ਹ ਰਿਹਾ ਹੁੰਦਾ ਆਨੰਦ ਸਾਹਿਬ, ਨਾਲ ਨਾਲ ਫਿਰ ਆਪਣੇ ਮੂੰਹ 'ਚੋਂ ਨਾਲ ਦੀ ਨਾਲ ਆਵਾਜ਼ ਆਵੇ। ਗ੍ਰੰਥੀ ਸਿੱਖ ਕਹੇ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਆਪਾਂ ਕਹੀਏ ਗਾਵੋ ਸੱਚੀ ਬਾਣੀ। ਗੱਜ ਕੇ ਆਖੋ ਜੀ ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਗੱਜ ਕੇ ਆਖੋ ਸਤਿਨਾਮ। ਅਤੇ ਜਦੋਂ ਫਿਰ ਇੱਦਾਂ ਪਾਤਸ਼ਾਹ ਦੀ ਗੱਲ ਮੰਨਾਂਗੇ ਨਾ, ਨੀਂਦ ਤਿਆਗ ਦਿਆਂਗੇ। ਜਿੱਥੇ 8 ਘੰਟੇ ਸੌਂਦੇ ਆ 7 ਕਰ ਦਿਓ। ਫਿਰ ਖਾਣਾ ਪੀਣਾ ਵੀ ਤਿਆਗਿਆ ਜਾਣਾ ਹੈ। ਜਿੱਥੇ 5 ਰੋਟੀਆਂ ਖਾਂਦਾ ਬੰਦਾ 4 ਖਾਣ ਲੱਗ ਜੂ, ਸੁਸਤੀ ਘਟ ਜਾਊ। ਜਿੱਥੇ ਬੰਦਾ ਘੱਟ ਤੁਰਦਾ ਫਿਰ ਜ਼ਿਆਦਾ ਤੁਰਨ ਲੱਗ ਜੂ, ਜਦੋਂ ਰੋਟੀਆਂ ਘੱਟ ਖਾਊ। ਜਦੋਂ ਖਾ ਖਾ ਪੇਟ ਵਧਾਏ ਅਤੇ ਫਿਰ ਕਿੱਥੋਂ ਤੁਰਿਆ ਜਾਣਾ। ਪਾਤਸ਼ਾਹ ਜੀ ਅੱਗੇ ਅਰਦਾਸ ਵੀ ਕਰੇ ਕਿ ਪਾਤਸ਼ਾਹ ਸਾਡੇ ਉੱਤੇ ਵੀ ਇੱਦਾਂ ਦੀ ਕਿਰਪਾ ਕਰ ਦਿਓ, ਸਾਡੇ ਕੋਲ ਵੀ ਕੋਈ ਪੈਸੇ ਦੀ ਤੋਟ ਨਾ ਆਵੇ, ਸਾਡੇ ਵੀ ਵੈਰੀ ਮਿੱਤਰ ਹੋ ਜਾਣ, 184 ਜੀਵ ਸਾਡੀ ਸੇਵਾ ਦੇ ਵਿੱਚ ਲੱਗ ਜਾਣ, ਅਸੀਂ ਲੰਘੀਏ ਅਤੇ ਸਾਨੂੰ ਪਸ਼ੂ ਪੰਛੀ ਬੰਦੇ ਸਾਰੇ ਸਲਾਮਾ ਕਰਨ। ਐਸਾ ਜੀਵਨ ਬਣਾ ਦਿਓ। ਵਿਛੜਨ ਵਾਲੀ ਰੂਹ ਤੇ ਵਿਛੜ ਗਈ, ਉਹ ਤੇ ਚਲੀ ਗਈ, ਉਹਨਾਂ ਦੇ ਭੋਗ 'ਤੇ ਅਸੀਂ ਇਕੱਤਰ ਹੋਏ ਸੀ, ਅਸੀਂ ਯਾਦ ਰੱਖੀਏ। ਇਹ ਗੱਲ ਅਸੀਂ ਉਹਨਾਂ ਦੇ ਭੋਗ 'ਤੇ ਸਿੱਖੀ ਸੀ ਅਤੇ ਆਪ 'ਤੇ ਲੀਲਾ ਸਿਆਂ ਚਲਿਆ ਗਿਆ ਅਤੇ ਸਾਨੂੰ ਇੰਨੀ ਚੰਗੀ ਗੱਲ ਸਿਖਾ ਗਿਆ। ਭੋਗ ਕਰਕੇ ਕੀਰਤਨ ਕਰਕੇ ਸਿੱਖ ਗਏ, ਇੱਕ ਬਹਾਨਾ ਬਣ ਗਿਆ। ਇਸ ਬਹਾਨੇ ਉਹਨਾਂ ਨੂੰ ਵੀ ਯਾਦ ਕਰ ਲਿਆ ਕਰਾਂਗੇ। ਉਹ ਕਿਹਨੇ ਯਾਦ ਕਰਨਾ? ਸਾਲ ਕਰ ਲਓਗੇ 2 ਸਾਲ, ਇਹ ਪੀੜ੍ਹੀ ਯਾਦ ਕਰ ਲੂ, ਅਗਲੀ ਪੀੜ੍ਹੀ ਕਿਹਨੇ ਯਾਦ ਰੱਖਣਾ ਹੈ? ਆਪਣੇ ਕਿੰਨੇ ਕੁ ਆਪਣੇ ਪੜਦਾਦਿਆਂ ਦੇ ਨਾਮ ਯਾਦ ਨੇ, ਪੜਦਾਦਿਆਂ ਦੇ ਗਾਹਾਂ ਕਿੰਨੇ ਕੁ ਨਾਮ ਯਾਦ ਨੇ? ਕਿਸੇ ਦੇ ਨਹੀਂ। ਕੋਈ ਚੰਗੇ ਕਰਮ ਕਮਾਏ ਹੁਣ ਉਹਨਾਂ ਨੂੰ ਯਾਦ ਕੀਤਾ ਜਾਂਦਾ। ਆਪਾਂ ਵੀ ਬੇਨਤੀ ਕਰੀਏ ਕਿ ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਸਾਰੇ ਪੜੋ ਸੰਗਤ, ਬੀਬੀਓ ਤੁਸੀਂ। ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ। ਚਾਹੁੰਦੇ ਆ ਨਾ ਵੀ ਘਰਾਂ ਦੇ ਵਿੱਚੋਂ ਕਲੇਸ਼ ਚਲੇ ਜਾਣ। ਆਓ ਫਿਰ ਪਾਤਸ਼ਾਹ ਅੱਗੇ ਅਰਦਾਸ ਕਰੀਏ। ਚਾਹੁੰਦੇ ਆ ਨਾ ਬੱਚੇ ਸਾਡੇ ਆਗਿਆਕਾਰੀ ਹੋਣ, ਸਾਡੇ ਕਹਿਣੇ ਦੇ ਵਿੱਚ ਰਹਿਣ, ਸਾਨੂੰ ਕਹਿਣਾ ਨਾ ਪਵੇ ਵੀ ਬੇਟੇ 8 ਵੱਜ ਕੇ ਘਰ ਆ ਜਾ, ਤੂੰ ਪੁਲੀ 'ਤੇ ਬੈਠਾ ਹੈ। ਇਹ ਗੱਲ ਕਹਿਣੀ ਨਾ ਪਵੇ, ਆਪਣੇ ਆਪ ਆ ਜਾਣ। ਚਾਹੁੰਦੇ ਆ ਨਾ, ਫਿਰ ਪਾਤਸ਼ਾਹ ਅੱਗੇ ਅਰਦਾਸ ਕਰੋ, ਕਿਉਂਕਿ ਪਾਤਸ਼ਾਹ
ਜਦੋਂ ਪਾਤਸ਼ਾਹ ਨੇ ਆਵਾਜ਼ ਮਾਰਨੀ ਆ ਨਾ, ਆਪਾਂ ਲੱਖ ਆਵਾਜ਼ਾਂ ਮਾਰਦੀ ਆਪਣੇ ਬੱਚੇ ਨੂੰ, ਪਾਤਸ਼ਾਹ ਨੇ ਅੱਧੀ ਆਵਾਜ਼ ਵੀ ਮਾਰ ਦਿੱਤੀ ਤੇ ਬੱਚਾ ਪਤਾ ਲੱਗਣਾ ਵੀ ਘਰ ਆ ਕੇ ਕਿਤਾਬ ਚੱਕ ਲਈ ਆ। ਗੱਜ ਕੇ ਆਖੋ ਸਤਨਾਮ। ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਗੱਜ ਕੇ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਨਾਮ ਨਾ ਵਿਸਰੇ ਤੇਰਾ, ਨਾਮ ਨਾ ਵਿਸਰੇ ਤੇਰਾ। ਨਾਮ ਨਾ ਵਿਸਰੇ। ਗੱਜ ਕੇ ਨਾਮ ਨਾ ਵਿਸਰੇ ਤੇਰਾ, ਵਿਸਰੇ ਤੇਰਾ। ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਨਾਮ ਨਾ ਵਿਸਰੇ ਤੇਰਾ, ਨਾਮ ਨਾ ਵਿਸਰੇ ਤੇਰਾ। ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ। ਐਸੀ ਕਿਰਪਾ, ਐਸੀ ਕਿਰਪਾ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਵਾਹ ਵਾਹ। ਆਓ ਆਪਾਂ ਜਿਹੜਾ ਪੰਜਵੇਂ ਪਾਤਸ਼ਾਹ ਸ਼ਬਦ ਪੜ੍ਹਦੇ ਸੀ, 2 ਪੰਕਤੀਆਂ ਰਹਿ ਗਈਆਂ। ਸਮਾਂ ਵੀ ਆਪਣਾ ਨੇੜੇ ਲੱਗ ਗਿਆ। 5 ਮਿੰਟਾਂ ਦੇ ਵਿੱਚ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ। ਇੱਕ ਗੱਲ ਹੋਰ ਜੀ, ਕਈ ਵਾਰੀ ਨਾ ਜੇ ਮਰਗ ਤੇ ਕਈ ਵਾਰ ਗਲਤੀ ਨਾਲ ਰਾਗੀ ਸਿੰਘ ਤੋਂ ਇਦਾਂ ਪੜ੍ਹਿਆ ਜਾਵੇ ਨਾ, ਲੱਖ ਖੁਸ਼ੀਆਂ ਇੰਨੇ ਕਿਹਾ ਜਾਵੇ ਤੇ ਮੇਰੇ ਵਰਗਾ ਉਹਦੀ ਡਾਂਗ ਚੱਕ ਲੈਂਦਾ ਹੈ ਵੀ ਐਂ ਕਿਵੇਂ ਬੋਲਤਾ ਤੂੰ, ਕੰਮ ਮਰਗਤ ਦਾ ਹੈ, ਪ੍ਰੋਗਰਾਮ ਮਰਗਤ ਦਾ, ਤੂੰ ਖੁਸ਼ੀ ਵਾਲਾ। ਇਹ ਆਪਾਂ ਸਹਿਜ ਪਾਠ ਕਰਵਾਇਆ ਹੈ। ਪਾਤਸ਼ਾਹ ਜੀ ਤਾਂ ਕਹਿੰਦੇ ਇੱਥੇ ਵੀ ਭਾਣਾ ਮੰਨਣਾ ਹੈ, ਤੇਰਾ ਕੀਆ ਮੀਠਾ ਲੱਗਾ। ਹੁਣ ਇੱਥੇ ਵੀ ਆਨੰਦ ਸਾਹਿਬ, ਜਦੋਂ ਆਨੰਦ ਕਾਰਜ ਕਰਦੇ ਆ ਨਾ, ਵਿਆਹ ਹੁੰਦਾ ਹੈ ਲਾਵਾਂ ਤੋਂ ਬਾਅਦ, ਉਦੋਂ ਵੀ ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਕੀ ਜੀ? ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਦੋਂ ਵੀ ਆਨੰਦ, ਕਹਿੰਦੇ ਜੀ ਆਨੰਦ ਆ ਗਿਆ। ਤੇ ਹੁਣ ਆਪਾਂ ਨੇ ਮਰਗਤ ਦਾ ਕੀਰਤਨ ਕੀਤਾ, ਅੰਤਿਮ ਅਰਦਾਸ, ਤੇ ਇਹ ਮਰਿਆਦਾ ਹੈ। ਹੁਣ ਵੀ ਆਨੰਦ ਸਾਹਿਬ ਦਾ ਪਾਠ ਹੁਣ ਵੀ ਪੜ੍ਹਿਆ ਜਾਣਾ। ਆਨੰਦ ਪਾਇਆ ਮੇਰੀ ਸਾਹਿਬਜ਼ਾਦਿਆਂ ਨੇ ਜਿਸ ਦਿਨ ਜਨਮ ਲਿਆ, ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਵੀ ਪੜ੍ਹਿਆ। ਕਹਿੰਦੇ ਜੀ ਆਨੰਦ ਪਾਇਆ ਜਿੱਦਿਓ ਨੀਹਾਂ ਦੇ ਵਿੱਚ ਚਿਣਤ ਤੇ ਖਬਰ ਮਿਲੀ ਗੁਰੂ ਜੀ ਨੂੰ, ਕਹਿੰਦੇ ਤੁਹਾਡੇ ਬੱਚੇ ਤਾਂ ਨੀਹਾਂ ਦੇ ਵਿੱਚ ਚਿਣਤੇ। ਪਾਤਸ਼ਾਹ ਕਹਿੰਦੇ ਆਨੰਦ ਪਾਇਆ। ਆਨੰਦ ਆਨੰਦ ਸਭ ਕੋ ਕਹੇ। ਮੈਂ ਗੱਲ ਕੀਤੀ ਸੀ, ਮਹਿੰਗੇ ਕੱਪੜੇ ਪਾ ਕੇ ਕਹਿ ਦਿੰਦੇ ਆ ਆਨੰਦ ਆ ਗਿਆ, ਉਹ ਖੁਸ਼ੀ ਹੈ। ਕੋਠੀ ਪਾ ਕੇ ਕਹਿ ਦਿੰਦੇ ਆ ਆਨੰਦ ਆ ਗਿਆ, ਉਹ ਆਨੰਦ ਨਹੀਂ, ਖੁਸ਼ੀ ਹੈ। ਕਦੇ ਕਦੇ ਨਾ ਸੋਹਣੀ ਪੱਗ ਬੰਨੀ ਜਾਂਦੀ ਹੈ, ਕਹਿੰਦੇ ਅੱਜ ਤੇ ਪੱਗ ਬੜੀ ਸੋਹਣੀ ਬੰਨੀ ਗਈ, ਅੱਜ ਤੇ ਮੈਂ ਬੀਬੀ ਕੋਈ ਕਹਿੰਦੀ ਮੈਂ ਤਾਂ ਨਵਾਂ ਸੂਟ ਲਿਆਂਦਾ, ਅੱਜ ਤੇ ਮੈਨੂੰ ਤੇ ਆਨੰਦ ਆ ਗਿਆ ਪਾ ਕੇ। ਉਹ ਆਨੰਦ ਨਹੀਂ ਭੈਣੇ ਮੇਰੀਏ, ਮੇਰੇ ਵੀਰਾ, ਉਹ ਖੁਸ਼ੀ ਹੈ। ਉਹ ਕੁਝ ਸਮੇਂ ਵਾਸਤੇ, ਉਹ ਕੁਝ ਸਮੇਂ ਵਾਸਤੇ ਖੁਸ਼ੀ ਹੈ। ਆਨੰਦ ਆਨੰਦ ਸਭ ਕੋ ਕਹੇ। ਸਾਰੇ ਲੋਕ ਕਹਿੰਦੇ ਨੇ ਮੈਨੂੰ ਤੇ ਜੀ ਆਪਦੀ ਗੱਡੀ ਦੇ ਵਿੱਚ ਬਹਿ ਕੇ ਆਨੰਦ ਆ ਗਿਆ, ਮੈਨੂੰ ਤੇ ਅੱਜ ਮੈਂ ਆਖਾਂ ਵੀ ਮੈਨੂੰ ਤੇ ਅੱਜ ਕੀਰਤਨ ਕਰਕੇ ਆਨੰਦ ਆ ਗਿਆ। ਇਹ ਆਨੰਦ ਨਹੀਂ, ਕਹਿੰਦੇ ਸਾਰੇ ਨੇ, ਪਰ ਆਉਂਦਾ ਕਦੋਂ ਹੈ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜਿਹੜੀ ਆਪਾਂ ਪੰਕਤੀ ਪੜ੍ਹੀ ਸੀ ਨਾ, ਜਦੋਂ ਨਾਮ ਜਪਿਆ, ਜਦੋਂ ਸਤਿਗੁਰੂ ਨੇ ਕਹਿ ਦਿੱਤਾ ਵੀ ਤੂੰ ਮੇਰਾ ਸਿੱਖ ਹੈ, ਮੈਂ ਤੇਰਾ
गुरु है। गज के आखो तू मेरा, सिख हाँ ते मैं तेरा। जदों पातशाह ने कह दिता पैसे की कमी नहीं, 1,84 जीबां तो किसी तो डर नहीं, बैरी मित्र हो जाने हैं जिन्होंने तू कहंदा ना वो जे मैं उन्हां कणी वेखां ते मैनूं इदां वेखदे भी ते काला जिहा ये पाटे जे कपड़े पाए हुंदे ने, अपने वाल कोई वेखदा भी नहीं, वो बंदे इदां पैरां थल्ले सिर रखण लग जाणगे। जदों गुरु जी ने किरपा करती गज के आखो सतनाम, उदों तेरे रंग की वैल्यू नहीं रहनी, उदों तेरे कपड़ियां की वैल्यू नहीं रहनी, उदों तेरे कोल की कला तू की काम करना कासे की वैल्यू नहीं, उदों काहदी वैल्यू होनी है, नाम दी। प्यारे नाम तो बिना, प्यारे नाम तो बिना जग कुप नेरा, प्यारे नाम तो बिना जग कुप नेरा। प्यारे नाम को प्यारे जिन्नी नाम से आया, आहा जिन्नी नाम से आया, गए मशक्कत काल, गए मशक्कत काल, नानक ते मुख उजले, ते मुख उजले, नानक ते मुख उजले, नानक ते मुख उजले। प्यारे केती छुट्टी ना, भाई केती छुट्टी ना, भाई केती जदों मेहर गुरां दी होई सारे दुख दूर होणगे, जदों मेहर गुरां दी होई सारे दुख दूर होणगे। फिर की होना जी, कासे चीज़ की घाट नहीं। एंड ते फिर लास्ट वाली अखीरली पंक्ति दे विच पातशाह जी ने जिवें आपां आम नहीं कहंदे हुंदे भी आह काम ते सिरे ही लाता, मैं कहना पातशाह ने अखीरली पंक्ति दे विच जमा सिरे ही लाता। की कहंदे जी, देखियो जी पैसे बिना सर जाना है, इन्हां जीबां बिना सर जाना है, बैर विरोध कोई साडा करदा करी जावे, उन्हां नूं मित्र बनाउण तो बिना भी सर जाना है। पर जिहड़ा आनंद है, आनंद ते चाहीदा है, खुशी हरेक बंदा चाहुंदा है। जो खुशी आनंद बन जाए तो ये कौन नहीं चाहुंदा। आपां भी चाहुंदे हां खुशी सदा लई बन जाए, जिहड़ी प्यारे थोड़े समय वास्ते हुंदी है उहनूं कहंदे ने खुशी, जो सदा ही बरकरार रहे उहनूं कहंदे ने आनंद। कोई बंदा पाटे कपड़िਆਂ ਦੇ ਵਿੱਚ भी खुश है, कोई बंदा गड्डी ਦੇ ਵਿੱਚ भी खुश नहीं, कोई बंदा चंगे चंगे डोसे खांदा है, चंगे चंगे पीजे खांदा है, उत्थे भी खुश नहीं। किसी बंदे नूं सुक्की रोटी 3-3 दिन नसीब नहीं हुंदी, वो उत्थे भी खुश है। जदों आनंद आ गया उदों इदां खुशी बरकरार हो जानी है, उदों इदां खुशी चाहुंदे आ ना, इदां खुशी बरकरार हो, सारे चाहुंदे आ। अज तो प्रण करिए भी नाम जपांगे। स्वर्गवासी सरदार लीला सिंह जी, इन्हां दी अंतिम अरदास दे पहुंचे आ, इन्हां नूं आपां फिर याद करिया करांगे किसी बहाने। किद्दां जी, हुण राम जी वांगू अपना नाम बाणी ते आउण नहीं लग्या,
ਰਾਮ ਜੀ ਦਾ ਨਾਮ ਬਾਣੀ ਦੇ ਵਿੱਚ ਆ ਗਿਆ, ਕ੍ਰਿਸ਼ਨ ਦਾ ਨਾਮ ਬਾਣੀ ਦੇ ਵਿੱਚ, ਸ਼ਿਵ ਜੀ ਦਾ ਨਾਮ ਆ ਗਿਆ, ਰਾਵਣ ਦਾ ਨਾਮ ਆ ਗਿਆ। ਉਹਨਾਂ ਨੂੰ ਤੇ ਲੋਕ ਇੱਥੋਂ ਯਾਦ ਕਰ ਲੈਂਦੇ ਨੇ। ਆਪਾਂ ਸਰਦਾਰ ਲੀਲਾ ਸਿੰਘ ਜੀ ਨੂੰ ਕਦੇ ਯਾਦ ਕਰਿਆ ਕਰਾਂਗੇ। ਕਿਵੇਂ? ਅੱਜ ਤੋਂ ਨਾਮ ਜਪਣਾ ਸ਼ੁਰੂ ਕਰੀਏ। ਘੱਟੋ ਘੱਟ ਪ੍ਰਸ਼ਾਦਾ ਬਣਾਉਣ ਵੇਲੇ ਵਾਹਿਗੁਰੂ ਵਾਹਿਗੁਰੂ ਕਰੋ ਮੇਰੇ ਵੀਰੋ। ਪ੍ਰਸ਼ਾਦਾ ਛਕਣ ਵੇਲੇ ਵਾਹਿਗੁਰੂ ਵਾਹਿਗੁਰੂ। ਬੱਚਾ ਸਕੂਲ ਜਾਣ ਤੋਂ ਪਹਿਲਾਂ 10 ਮਿੰਟ ਵਾਹਿਗੁਰੂ ਵਾਹਿਗੁਰੂ। ਜੇ ਨਿਤਨੇਮ ਨਹੀਂ ਵੀ ਆਉਂਦਾ ਉਹਦੇ ਕਰਕੇ, ਜੋ ਬੰਦਾ ਨਿਤਨੇਮ ਕਰ ਸਕਦਾ ਨਿਤਨੇਮ, ਸੁਬਾਹ ਜਾਂ ਸ਼ਾਮ ਘੱਟੋ ਘੱਟ ਇੱਕ ਟਾਈਮ, ਜਿਹੜਾ ਬੰਦਾ ਬਿਲਕੁਲ ਨਹੀਂ ਨਾ ਆਉਂਦਾ ਗੁਰੂ ਘਰ, ਇੱਕ ਟਾਈਮ 'ਤੇ ਆਉਣਾ ਸ਼ੁਰੂ ਕਰੀਏ। 10 ਮਿੰਟ 15 ਮਿੰਟ ਸੇਵਾ ਵਾਸਤੇ ਕੱਢੀਏ। ਕੁਝ ਨਹੀਂ ਕਰਨਾ ਹੁੰਦਾ, ਬਾਰ-ਬਾਰ ਝਾੜੂ ਲਾਓ। ਅੰਦਰ ਦੀ ਮਰਿਆਦਾ ਦਾ ਨਹੀਂ ਪਤਾ, ਬਰਤਨਾਂ ਦੀ ਸੇਵਾ ਕਰੀਏ। ਕੁਝ ਨਾ ਕੁਝ ਆਉਂਦੇ 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 ਕਿਤੇ ਨਾ ਕਿਤੇ ਫਿਰ ਐਸਾ ਆਨੰਦ ਬਣ ਜਾਣਾ ਹੈ, ਨਿਤਨੇਮ ਤੋਂ ਬਿਨਾਂ ਰਿਹਾ ਨਹੀਂ ਜਾਣਾ। ਇੱਕ ਬੰਦੇ ਨੂੰ ਨਾ ਜੀ ਰੋਜ਼ ਤੁਸੀਂ ਗਾਲ ਕੱਢਿਓ, ਰੋਜ਼ ਇੱਕ ਗਾਲ ਕੱਢੋ ਉਹਨੂੰ ਸਵੇਰੇ ਉੱਠਣ ਸਾਰ, 3 ਮਹੀਨੇ ਲਗਾਤਾਰ ਕੱਢਿਓ। ਫਿਰ ਇੱਕ ਦਿਨ ਕੱਢਿਓ ਨਾ, ਉਹਨੇ ਆਪ ਹੀ ਪੁੱਛਣਾ ਵੀ ਅੱਜ ਤੂੰ ਮੈਨੂੰ ਗਾਲ ਨਹੀਂ ਕੱਢੀ, ਕਿਉਂਕਿ ਉਹਨੂੰ ਆਦਤ ਪੈ ਗਈ, ਉਹਨੂੰ ਆਦਤ ਪੈ ਜਾਣੀ ਹੈ। ਇੱਕ ਬੰਦੇ ਦੇ ਰੋਜ਼ 2 ਡੰਡੇ ਸਵੇਰੇ 2 ਡੰਡੇ ਸ਼ਾਮ ਨੂੰ ਲਾਇਓ, ਤੇ ਉਹਨੂੰ ਤੁਹਾਨੂੰ ਐਂ ਲੱਗੇ ਵੀ ਸੁਧਰ ਗਿਆ, ਲਾਉਣੋਂ ਹਟ ਜਾਇਓ, ਉਹਨੇ ਫਿਰ ਉਹੀ ਲੱਛਣ ਫੜ ਦੇਣੇ, ਕਿਉਂਕਿ ਉਹ ਡੰਡਿਆਂ ਦੀ ਆਦਤ ਪੈ ਗਈ। ਪਿਆਰਿਓ, ਮਾੜੀ ਚੀਜ਼ ਦੀ ਵੀ ਆਦਤ ਪੈ ਜਾਂਦੀ, ਚੰਗੀ ਦੀ ਵੀ। ਕਿਉਂ ਨਾ ਆਪਾਂ ਮਾੜੀਆਂ ਚੀਜ਼ਾਂ ਨਾਲੋਂ ਚੰਗੀ ਚੀਜ਼ ਦੀ ਆਦਤ ਪਾਈਏ। ਇੱਕ ਬੰਦਾ ਕਹਿੰਦਾ ਜੀ, ਉਹ ਕੋਈ ਬੰਦਾ ਤੰਬਾਕੂ ਲਾ ਰਿਹਾ ਸੀ, ਜਿਹਨੂੰ ਆਪਾਂ ਜਰਦਾ ਕਹਿ ਦਿੰਦੇ, ਜਰਦਾ ਲਾਉਂਦੇ ਆ ਨਸ਼ੇੜੀ। ਕਹਿੰਦਾ ਤੂੰ ਜਰਦਾ ਨਾ ਲਾਇਆ ਕਰ, ਇਹਦੇ ਉੱਪਰ ਲਿਖਿਆ। ਕਹਿੰਦਾ ਕੀ? ਕਹਿੰਦਾ ਇਹਨੂੰ ਖਾਣ ਨਾਲ ਇਹਦੀ ਆਦਤ ਪੈ ਜਾਂਦੀ ਹੈ। ਕਹਿੰਦਾ ਜੀ ਮੈਨੂੰ ਤਾਂ 10 ਸਾਲ ਹੋ ਗਏ, ਮੈਨੂੰ ਤਾਂ ਪਈ ਨਹੀਂ। ਗੱਜ ਕੇ ਆਖੋ ਸਤਨਾਮ। ਕਹਿੰਦਾ ਮੈਨੂੰ ਤਾਂ 10 ਸਾਲ ਹੋ ਗਏ ਲਾਉਂਦੇ ਨੇ, ਮੈਨੂੰ ਤਾਂ ਆਦਤ ਪਈ ਨਹੀਂ। ਵੀ ਹੋਰ ਕੀ ਹੈ ਇਹ? ਉਹਨੇ ਉਸ ਚੀਜ਼ ਦੀ ਆਦਤ ਪਾ ਲਈ। ਇੱਕ ਬੰਦਾ ਕਹਿੰਦਾ ਸਵੇਰੇ ਕਿੰਨੇ ਵਜੇ ਉੱਠਦਾ ਹੈ? 4 ਵਜੇ। ਦੂਜਾ ਕਹਿੰਦਾ 7 ਵਜੇ। ਹੁਣ ਉਹਨੂੰ 4 ਵਜੇ ਉੱਠਣ ਦੀ ਆਦਤ, ਉਹਨੂੰ 7 ਵਜੇ। ਇਹ ਸਰੀਰ ਹੈ, ਇਹਨੂੰ ਜਿੱਥੇ ਜੇ ਲਾ ਲਓਗੇ। ਇੱਕ ਮੇਰੀ ਭੈਣ ਨੂੰ ਰੋਟੀ ਟੁੱਕ ਦਾ ਕੰਮ ਬਚਪਨ ਤੋਂ ਸਿਖਾ ਦਿਓ, ਉਹਨੇ ਕਰੀ ਜਾਣਾ। ਇੱਕ ਨੂੰ ਸਿਖਾਇਓ ਨਾ, ਇੱਕ ਦਿਨ ਫਿਰ ਚੁੱਲ੍ਹੇ ਲਵੇ ਬਿਠਾਇਓ। ਜਦੋਂ 18 19 ਸਾਲ ਦੀ 20 ਸਾਲਾਂ ਦੀ ਹੋ ਗਈ ਨਾ ਵਿਆਹੁਣ ਵਾਲੀ, ਉਦੋਂ ਚੁੱਲ੍ਹੇ ਮੂਹਰੇ ਬਿਠਾਇਓ। ਉਦੋਂ ਸੇਕ ਦੇ ਵਿੱਚ ਬਹਿ ਜੂ, ਉਹ ਨਹੀਂ ਬੈਠ ਸਕਦੀ। ਉਦੋਂ ਫਿਰ ਉਹਨੇ ਰੋਣ ਲੱਗ ਜਾਣਾ ਵੀ ਮਾਤਾ ਮੈਂ ਤੇ ਹੋਰ ਕੰਮ ਕਰ ਲੈਣੀ ਹੈ, ਇਹ ਨਹੀਂ ਹੁੰਦਾ, ਇਹ ਔਖਾ ਹੈ, ਕਿਉਂਕਿ ਆਦਤ ਨਹੀਂ ਪਾਈ। ਜਿਹੜੇ ਕੰਮ ਦੀ ਆਦਤ ਪਾ ਲਾਂਗੇ, ਆਪਾਂ ਨਾਮ ਜਪਣ ਦੀ ਆਦਤ ਪਾਈਏ, ਨਿਤਨੇਮ ਦੀ, ਗੁਰੂ ਘਰ ਸੇਵਾ। ਇੱਕ ਗੱਲ ਯਾਦ ਰੱਖਿਓ, ਕਈ ਬੰਦੇ ਇੱਥੇ ਆ ਕੇ ਸੇਵਾ ਕਰਦੇ ਹੋਣਗੇ, ਤੁਹਾਡੇ 'ਚੋਂ ਕਈ ਬੀਬੀਆਂ ਹੋਣਗੀਆਂ, ਕਈ ਵੀਰ ਹੋਣਗੇ, ਕਈ ਬਜ਼ੁਰਗ ਸਵੇਰੇ ਆ ਕੇ ਸੁਬਾਹ ਸ਼ਾਮ ਨੂੰ ਆ ਕੇ ਸੇਵਾ ਕਰਦੇ ਹੋਣਗੇ, ਝਾੜੂ ਲਾਉਂਦੇ ਹੋਣਗੇ, ਬਰਤਨਾਂ ਦੀ ਸੇਵਾ। ਜਦੋਂ ਪਾਠ ਚੱਲਦੇ ਨੇ, ਅਖੰਡ ਪਾਠ, ਉਦੋਂ ਪਾਠੀਆਂ ਨੂੰ ਸੌਣ ਦੀ ਸੇਵਾ। ਉਹਨਾਂ ਦੀ ਵੀ ਮਨੋਕਾਮਨਾ ਪੂਰੀ ਨਹੀਂ ਹੁੰਦੀ, ਕਿਰਪਾ ਉਹਨਾਂ 'ਤੇ ਵੀ ਨਹੀਂ ਹੁੰਦੀ। ਕਈ ਬੰਦੇ ਹੋਣਗੇ ਜੀ ਨਿਤਨੇਮ ਕਰਦੇ ਨੇ, ਉਹ ਸੇਵਾ ਨਹੀਂ ਕਰਦੇ, ਉਹਨਾਂ ਦੀ ਵੀ ਨਹੀਂ। ਇਹ ਪਿਆਰਿਓ 2 ਖੰਭ ਨੇ, ਸੇਵਾ ਤੇ ਸਿਮਰਨ। ਪੰਛੀ ਦਾ ਇੱਕ ਖੰਭ ਕੱਟ ਦਿਓ, ਉਹ ਉੱਡ ਲੇਗਾ ਜੀ? ਨਹੀਂ ਉੱਡਿਆ ਜਾਣਾ। ਦੋਨੇ ਖੰਭ ਚਾਹੀਦੇ ਨੇ, ਸੇਵਾ ਤੇ ਸਿਮਰਨ। ਬਖਸ਼ੀ ਗੁਰ ਮੇਰੇ, ਆਪਾਂ ਪੜ੍ਹ ਕੇ ਨਾ, ਸੇਵਾ ਤੇ ਸਿਮਰਨ ਮੈਨੂੰ। ਜਦੋਂ ਇਹ 2 ਖੰਭ ਕੰਪਲੀਟ ਹੋਏ, ਫਿਰ ਕਿਰਪਾ ਹੋਣੀ ਹੈ। ਫਿਰ ਸਤਿਗੁਰੂ ਜੀ ਕੀ ਕਹਿੰਦੇ? ਇਹ ਵੈਰੀ ਮਿੱਤਰ ਸਭ ਕੀਤਿਆ, ਮਹਿ ਮੰਗੇ ਮੰਦਾ, ਆਨੰਦ ਪਿਆ ਸੁਖ ਪਾਇਆ। ਸੋਚਿਓ ਵੀ ਮਾਇਆ ਤੋਂ ਕੀ ਕਰਾਉਣਾ ਹੈ, ਕਾਹਦੇ ਵਾਸਤੇ ਨਾਮ ਜਪਣਾ ਹੈ। ਬੈਰੀ ਕੋਈ ਵਿਰੋਧ ਕਰਦਾ, ਕਰੀ ਜਾਵੇ, ਆਪਾਂ ਕਿਉਂ ਨਾਮ ਜਪੀਏ? ਪਾਤਸ਼ਾਹ ਕਹਿੰਦੇ ਨਾ, ਕੱਲੀਆਂ ਇਹ ਚੀਜ਼ਾਂ ਨਾ ਵੇਖ ਲਈ। ਅਗਲੀ ਪੰਕਤੀ ਪੜ੍ਹਿਓ, ਆਨੰਦ ਭਇਆ ਸੁਖ ਪਾਇਆ। ਕਹਿੰਦੇ ਆਨੰਦ ਭਇਆ ਸੁਖ ਪਾਇਆ। ਕਹਿੰਦੇ ਆਨੰਦ ਆਉਣੇ ਆ, ਸੁੱਖ ਆਉਣੇ ਆ। ਫਿਰ ਹਰੇਕ ਗੱਲ ਦੇ ਵਿੱਚ ਤੈਨੂੰ ਤੇਰੇ ਗੁਆਂਢੀ ਨੇ ਪੁੱਛਣਾ ਹੈ, ਭੈਣੇ ਮੇਰੀਏ ਤੇਰੇ ਘਰ ਕੱਲ੍ਹ ਰੋਟੀ ਵੀ ਨਹੀਂ ਪੱਕੀ, ਤੂੰ ਇੰਨੀ ਖੁਸ਼ ਕਿਵੇਂ? ਤੇ ਤੂੰ ਵਾਹਿਗੁਰੂ ਕਹਿ ਕੇ ਸਾਰ ਦੇਣਾ ਹੈ, ਤੂੰ ਖੁਸ਼ ਰਹਿਣਾ ਹੈ। ਮੇਰੇ ਵੀਰ ਨੂੰ ਪੁੱਛਣਾ ਹੈ, ਉਹ ਭਰਾਵਾ ਤੇਰੇ ਘਰ ਕੱਲ੍ਹ ਮਰਗਤ ਹੋਈ, ਤੂੰ ਫੇਰ ਵੀ ਖੁਸ਼ ਆਨੰਦ ਦੇ ਵਿੱਚ? ਉਹ ਕਹਿੰਦਾ ਮੈਂ ਭਾਣੇ ਚੰ ਤੇਰਾ ਕੀ ਆ, ਮਿੱਠਾ ਲੱਗਾ। ਉਹਦੇ ਚਿਹਰੇ 'ਤੇ ਉਹੀ ਬਰਕਰਾਰ ਸਮਾਈ,
ਜਦੋਂ ਆਪਾਂ ਕਦੇ ਸੁੱਖ ਵੇਲੇ ਫਿਰ ਬਾਹਲਾ ਨੱਚਦੇ ਹਾਂ ਨਾ, ਬਾਹਲਾ ਹੀ ਵਿਆਹਾਂ ਸ਼ਾਦੀਆਂ ਦੇ ਵਿੱਚ, ਫਿਰ ਦੁੱਖ ਵੇਲੇ ਜ਼ਿਆਦਾ ਦੁਖੀ ਹੁੰਦੇ ਆ। ਇਹਦਾ ਮਤਲਬ ਆਪਾਂ ਪਹਿਲਾਂ ਸੁੱਖ ਘਟਾ ਦਿਓ। ਕਹਿੰਦੇ ਸੁੱਖ ਮੰਗਣੇ ਛੱਡ ਦਿਓ, ਦੁੱਖ ਆਪਣੇ ਆਪ ਚਲਾ ਜਾਵੇਗਾ। ਗੱਜ ਕੇ ਆਖੋ ਸਤਿਨਾਮ। ਕਹਿੰਦੇ ਸੁੱਖ ਮੰਗਣੇ ਹਟ ਜਾਓ। ਜਦੋਂ ਫਿਰ ਵਿਆਹ ਵੇਲੇ ਉਹ ਬੋਲੀਆਂ ਪਾਉਣੀਆਂ ਘਟਾ ਦਿਓ ਬੀਬੀਓ, ਡੀਜਿਆਂ 'ਤੇ ਨੱਚਣਾ ਛੱਡ ਦਿਓ ਮੇਰੀਓ ਭੈਣੋ। ਫਿਰ ਆਪਣੇ ਆਪ ਦੁੱਖ ਵੇਲੇ ਉਹਨਾਂ ਦੁੱਖ ਨਹੀਂ ਹੋਣਾ। ਜਦੋਂ ਆਪਾਂ ਖੁਸ਼ੀ ਵੇਲੇ ਬਾਹਲਾ ਖੁਸ਼ ਹੋਵਾਂਗੇ ਨਾ, ਉਦੋਂ ਫਿਰ ਦੁੱਖ ਵੇਲੇ ਜ਼ਿਆਦਾ ਖੁਸ਼ ਹੋਣਾ ਹੈ। ਦੁੱਖ ਵੇਲੇ ਬਹੁਤੇ ਦੁਖੀ ਨਾ ਹੋਈਏ, ਸੁੱਖ ਵੇਲੇ ਬਹੁਤੇ ਸੁਖੀ ਨਾ ਹੋਈਏ, ਉੱਥੇ ਹੀ ਆਨੰਦ ਦੇ ਵਿੱਚ ਰਹੀਏ। ਆਨੰਦ ਪਿਆ ਸੁਖ ਪਾਇਆ, ਪੜੋ ਆਨੰਦ ਪਿਆ ਸੁਖ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਆ। ਕਹਿੰਦੇ ਆਨੰਦ ਆ ਜਾਣਾ ਹੈ, ਸੁੱਖ ਆਉਣੇ ਹੈ। ਕਹਿੰਦੇ ਇਹ ਵੀ ਨਾ ਸੋਚ, ਸਭੇ ਕਾਜ ਸਵਾਰਿਆ। ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ, ਸਭੇ ਆਸਾਂ ਪੂਰੀਆਂ ਹੋਣੀਆਂ। ਕਿੰਨੇ ਫਾਇਦੇ ਪਿਆਰਿਓ ਨਾਮ ਜਪਣ ਦੇ। ਆਪਾਂ ਇਕੱਲੇ ਇੱਕ ਚੀਜ਼ ਮੰਗਦੇ ਹਾਂ, ਪਾਤਸ਼ਾਹ ਜੀ ਮੇਰੇ ਘਰ ਧੀ ਨਹੀਂ ਧੀ ਦੇ ਦਿਓ, ਮੇਰੇ ਘਰ ਪੁੱਤ ਨਹੀਂ ਪੁੱਤ ਦੇ ਦਿਓ, ਮੇਰੇ ਘਰ ਕੋਠੀ ਨਹੀਂ। ਕਹਿੰਦੇ ਮੰਗਣਾ ਸਾਨੂੰ ਆਉਂਦਾ ਨਹੀਂ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਤੇ ਸਾਡੀ ਅਰਦਾਸ ਜਾਂਦੀ ਬਿਰਥੀ ਹੈ। ਕਿਉਂ? ਕਿਉਂਕਿ ਸਾਨੂੰ ਅਰਦਾਸ ਕਰਨੀ ਨਹੀਂ ਆਉਂਦੀ ਕਿ ਮੰਗਣਾ ਹੀ ਹੈ। ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਝੁਕ ਕਰਕੇ ਬਖਸ਼ ਲੈ, ਬਖਸ਼ ਲੈ ਪਾਤਸ਼ਾਹ ਜੀ, ਮੇਰਾ ਲੇਖਾ ਪਾੜ ਦਿਓ। ਬਾਣੀ 'ਚ ਲਿਖਿਆ ਨਾ, ਕਹਿੰਦੇ ਲੇਖਾ ਰੱਬ ਮੰਗੀਸੀਆ ਤੂੰ ਆਹੋ ਕਿਹੜਾ ਕੰਮ, ਇਹ ਲਿਖਿਆ ਨਾ ਜੀ। ਪਰ ਜਦੋਂ ਗੁਰੂ ਦੀ ਕਿਰਪਾ ਹੋ ਗਈ, ਲੇਖਾ ਕੋਈ ਨਾ ਪੁੱਛੇ ਹੀ। ਕਹਿੰਦੇ ਤੇਰਾ ਕਿਸੇ ਨੇ ਲੇਖਾ ਨਹੀਂ ਪੁੱਛਣਾ ਮਾੜੇ ਚੰਗੇ ਕਰਮਾਂ ਦਾ। ਕਦੋਂ? ਜੇ ਤੂੰ ਨਾਮ ਜਪਦਾ ਹੈ। ਤੇਰਾ ਲੇਖਾ ਵੀ ਪਾੜ ਦੇਣਾ ਸਤਿਗੁਰੂ ਨੇ। ਇਹ ਅਰਦਾਸ ਕਰਨ ਦੀ ਲੋੜ ਨਹੀਂ ਵੀ ਸਤਿਗੁਰੂ ਲੇਖਾ ਪਾੜ ਦਿਓ। ਸਤਿਗੁਰੂ ਦਾ ਨਾਮ ਜਪੋ, ਸਤਿਗੁਰੂ ਨੂੰ ਲੇਖਾ ਆਪਣੇ ਆਪ ਪਾੜ ਦੇਣਾ। ਗੱਜ ਕੇ ਆਖੋ ਸਤਿਨਾਮ। ਆਓ ਆਪਾਂ ਹੁਣ ਆਨੰਦ ਸਾਹਿਬ ਜੀ ਦਾ ਪਾਠ ਕਰਾਂਗੇ। ਬੋਲੇ ਤੁਸੀਂ ਘੱਟ ਹੋ। ਅਸੀਂ ਪਿਛਲੇ ਕਾਫੀ ਦਿਨਾਂ ਤੋਂ, ਘੱਟੋ ਘੱਟ 10 ਦਿਨਾਂ ਤੋਂ ਲਗਾਤਾਰ ਹੀ ਕੀਰਤਨ ਕਰੀ ਜਾਂਦੇ ਹਾਂ। ਇੱਧਰ ਬੋਹਾ ਇਲਾਕੇ ਦੇ ਵਿੱਚ, ਬੁਢਲਾਡੇ ਇਲਾਕੇ ਦੇ ਵਿੱਚ ਰੋਜ਼ ਕਦੇ ਆਨੰਦ ਕਾਰਜ, ਕਦੇ ਪ੍ਰੋਗਰਾਮ, ਕਦੇ ਸਵੇਰ ਦੀ ਕਥਾ। ਅਤੇ ਤੁਹਾਡੇ ਵਾਂਗੂ ਮੈਂ ਇੱਦਾਂ ਸਹੀ ਆਖਾਂ ਵੀ ਸੁਸਤ ਜੇ ਲੋਕ ਨਹੀਂ, ਘੱਟ ਬੋਲਦੇ ਹੋ ਤੁਸੀਂ। ਬੋਲੀਆਂ ਵੇਲੇ ਤੇ ਬੋਲਦੇ ਹੋਵੋਗੇ ਹੈ ਨਾ, ਜਦੋਂ ਬੋਲੀਆਂ ਪਾਉਣੀਆਂ ਹੁੰਦੀਆਂ। ਅਤੇ ਅੱਜ ਆਪਾਂ ਜੇ ਸਵਰਗਵਾਸੀ ਸਰਦਾਰ ਲੀਲਾ ਸਿੰਘ ਜੀ ਅੰਤਿਮ ਅਰਦਾਸ ਦੇ ਉੱਤੇ ਕੋਈ ਸ਼ੌਂਕ ਤਾਂ ਨਹੀਂ ਆਪਾਂ ਨੂੰ, ਅੱਜ ਇੱਕ ਦੁੱਖ ਦੀ ਘੜੀ ਆ। ਫਿਰ ਵੀ ਭਾਵੇਂ ਉਹ ਆਪਣੀ ਉਮਰ ਬਹੁਤ ਭੋਗ ਕੇ, ਮੇਰਾ ਖਿਆਲ 90 ਸਾਲਾਂ ਦੇ ਕਰੀਬ ਉਮਰ ਹੋਣੀ ਹੈ, ਬਹੁਤ ਉਮਰ ਭੋਗ ਕੇ ਹੁਣ ਇੰਨੀ ਬਹੁਤ ਆ ਹੈ ਨਾ ਜੀ, ਦੁਖੀ ਹੋਣ ਦਾ ਕੋਈ ਫਾਇਦਾ ਨਹੀਂ। ਪਰ ਇੱਕ ਘਰ ਦੇ ਵਿੱਚ ਇੱਕ ਬਜ਼ੁਰਗ ਇੱਕ ਜਿੰਦਰੇ ਵਾਂਗੂ ਹੁੰਦਾ ਹੈ। ਇੱਕ ਘਾਟ ਤੇ ਆਪਾਂ ਨੂੰ ਹੁੰਦੀ ਹੈ। ਇੱਕ ਭੈਣ ਵਿਆਹੀ ਜਾਵੇ, ਉਹਦੀ ਘਾਟ ਹੁੰਦੀ ਹੈ। ਉਹ ਦੂਰ ਚਲੀ ਜਾਵੇ, ਉਹਦੀ ਘਾਟ ਹੈ। ਇੱਕ ਭਰਾ ਬਚਪਨ ਦੇ ਵਿੱਚ ਇਕੱਠੇ ਰਹਿੰਦੇ ਨੇ, ਇੱਕ ਕੋਲ ਪੈਸੇ ਨਹੀਂ, ਕੁਲਫੀ ਲੈਣ ਨੂੰ ਦੂਜੇ ਤੋਂ ਮੰਗ ਲੈਂਦਾ ਹੈ। ਇੱਕ ਕੋਲ ਰਿਚਾਰਜ ਨੂੰ ਪੈਸੇ ਨਹੀਂ, ਥੋੜ੍ਹੇ ਵੱਡੇ ਹੋਏ ਦੂਜੇ ਤੋਂ ਮੰਗ ਲੈਂਦਾ ਹੈ। ਭਾਈ ਵਿਆਹਿਆ ਗਿਆ, ਉਹ ਅਲੱਗ ਹੋ ਗਿਆ, ਉਹਦੀ ਘਾਟ ਰੜਕਦੀ ਹੈ। ਮਾਂ ਚਲੀ ਜਾਵੇ, ਉਹਦੀ ਘਾਟ ਰੜਕਦੀ ਹੈ। ਪਰ ਪਿਆਰਿਓ, ਇਹ ਬਜ਼ੁਰਗ ਤਾਂ ਹੁਣ ਸਦਾ ਲਈ ਚਲੇ ਗਏ, ਇਹਨਾਂ ਨੇ ਵਾਪਸ ਨਹੀਂ ਆਉਣਾ। ਭੈਣ ਕਦੇ ਕਦਾਈ ਘਰ ਦੇ ਵਿੱਚ ਫੇਰਾ ਪਾਉਂਦੀ ਹੈ। ਭਾਈ ਤੋਂ ਕਦੇ ਨਾ ਕਦੇ ਆਪਾਂ ਕੁਝ ਨਾ ਕੁਝ, ਜੇ ਉਹ ਅਲੱਗ ਵੀ ਹੋ ਗਿਆ, ਉਹ ਤੋਂ ਮੰਗ ਸਕਦੇ ਹਾਂ। ਬਜ਼ੁਰਗ ਸਦਾ ਲਈ ਚਲੇ ਗਏ। ਘਰ ਦੇ ਵਿੱਚ ਜਿੰਦਰਾ ਹੁੰਦਾ ਸੀ, ਕਹਿੰਦੇ ਮਾਤਾ ਤੂੰ ਕਿੱਥੇ ਚੱਲੀ ਆ? ਮੈਂ ਖੇਤ ਚੱਲੀ ਆ, ਮੈਂ ਕੰਮ 'ਤੇ ਚੱਲਿਆ। ਘਰੇ ਕੌਣ ਹੈ? ਕੋਈ ਗੱਲ ਨਹੀਂ, ਬਾਪੂ ਹੈਗਾ। ਇੰਨੀ ਕਹਿ ਦਿੰਦੇ ਸੀ। ਹੁਣ ਇੱਦਾਂ ਨਹੀਂ ਕਹਿ ਸਕਦੇ। ਗੱਜ ਕੇ ਆਖੋ ਸਤਿਨਾਮ। ਹੁਣ ਇੱਦਾਂ ਨਹੀਂ ਕਹਿ ਸਕਦੇ। ਵਿਛੜੀ ਹੋਈ ਰੂਹ ਨੂੰ ਪ੍ਰਮਾਤਮਾ ਸ਼ਾਂਤੀ ਬਖਸ਼। ਇੱਥੇ ਆਪਾਂ ਆਇਆ ਹੁਣ ਅਰਦਾਸ ਦੇ ਵਿੱਚ ਸਾਰੇ ਕੋਈ ਚੀਜ਼ ਸੋਚਿਓ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼, ਸਾਨੂੰ ਚਰਨਾਂ ਦੇ ਨਾਲ ਜੋੜਿਓ। ਅੱਜ ਅਸੀਂ ਇੱਥੇ ਆਏ ਹਾਂ ਅਤੇ ਸਾਡਾ ਕੋਈ ਜੀਵਨ ਸੁਧਰੇ, ਫਿਰ ਉਹਨਾਂ ਨੂੰ ਆਪਾਂ ਯਾਦ ਕਰਿਆ ਕਰਾਂਗੇ। ਜੇ ਤੁਸੀਂ ਚਾਹੁੰਦੇ ਹੋ ਨਾ, ਅਸਰ ਸ਼ਰਧਾਂਜਲੀ ਇਹ ਹੈ। ਸ਼ਰਧਾਂਜਲੀ ਇਹ ਨਹੀਂ ਅੱਜ ਤੁਸੀਂ ਆ ਗਏ ਚਲੇ ਗਏ ਭੁੱਲ ਗਏ, ਨਹੀਂ। ਇਹਨਾਂ ਨੂੰ ਯਾਦ ਕਰਾਂਗੇ ਕਿਸ ਬਹਾਨੇ। ਅੱਜ ਤੋਂ ਨਿਤਨੇਮ ਸਟਾਰਟ ਕਰ ਦਿਓ, ਫਿਰ ਯਾਦ ਰਹਿਣਾ ਵੀ ਉਸ ਦਿਨ ਮੈਂ ਪਹਿਲੀ ਵਾਰੀ ਨਾਮ ਜਪਿਆ ਸੀ, ਉਹਨਾਂ ਦੀ ਕੀਰਤਨ ਦੇ ਵਿੱਚ ਇਹ ਗੱਲ ਸੁਣੀ ਸੀ, ਅਤੇ ਸਰਦਾਰ ਲੀਲਾ ਸਿੰਘ ਜੀ ਆਪ 'ਤੇ ਚਲੇ ਗਏ ਅਤੇ ਸਾਨੂੰ ਇੰਨਾ ਸੋਹਣਾ ਜੀਵਨ ਬਣਾ ਗਏ। ਅਤੇ ਕਿੰਨਾ ਯਾਦ ਕਰਾਂਗੇ ਪਿਆਰਿਓ। ਇਹ ਅਸਲ ਸ਼ਰਧਾਂਜਲੀ ਹੈ। ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਆਪ ਰੱਬ ਵਰਗੀਆਂ ਸੰਗਤਾਂ ਦੇ। ਇੱਕ ਗੱਲ ਮੈਂ ਤੁਹਾਡੀ, ਹੁਣ ਪਹਿਲਾਂ ਮੈਂ ਕਿਹਾ ਵੀ ਸੁਸਤ ਜੇ ਹੈ ਨਾ ਜੀ, ਥੋੜ੍ਹੀ ਜਿਹੀ ਕੌੜੀ ਲੱਗੀ ਗੱਲ, ਹੁਣ ਮੈਂ ਥੋੜ੍ਹੀ ਤਾਰੀਫ ਵੀ ਕਰਦੇ ਹਾਂ ਵੀ ਤੁਸੀਂ ਰੌਲਾ ਨਹੀਂ ਪਾਇਆ। ਇਹ ਇੱਕ ਚੰਗਾ ਗੁਣ ਹੈ। ਇੱਕ ਲੀਡਰ ਦਾ ਇੱਕ ਚੰਗਾ ਗੁਣ ਇਹ ਹੁੰਦਾ, ਉਹ ਭਾਵੇਂ ਮਰਗਤ ਦੇ ਭੋਗ 'ਤੇ ਜਾਵੇ, ਭਾਵੇਂ ਖੁਸ਼ੀ 'ਤੇ ਜਾਵੇ, ਭਾਵੇਂ ਸਕੂਲ 'ਚ ਜਾਵੇ, ਭਾਵੇਂ ਉਹਨੂੰ ਪਿੰਡ ਦੀ ਪੰਚਾਇਤ ਨੇ ਸੱਦਿਆ ਹੋਵੇ। ਇੱਕ ਇਮਾਨਦਾਰ ਚੰਗੇ ਲੀਡਰ ਦੀ ਇਹ ਨਿਸ਼ਾਨੀ ਹੈ, ਉਹ ਉੱਥੋਂ 4 ਵੋਟਾਂ ਜੋੜ ਕੇ ਲਿਆਵੇ, ਫਿਰ ਉਹ ਇੱਕ ਲੀਡਰ ਹੈ।
ਉਹਨੇ ਗੱਲਾਂ ਦੇ ਵਿੱਚੋਂ ਗੱਲ ਕੱਢ ਕੇ 4 ਲੀਡਰ ਜੋੜਨੇ ਆ। ਤੁਹਾਡੀ ਇੱਥੇ ਤੁਸੀਂ ਆਏ ਹੋ, ਤੁਹਾਡੀ ਇਮਾਨਦਾਰੀ ਇਸੇ ਦੇ ਵਿੱਚ ਹੀ ਹੈ। ਤੁਸੀਂ ਚੁੱਪ ਕਰਕੇ ਘੱਟੋ ਘੱਟ ਸੁਣੋ। ਹੁਣ ਅੱਗੇ ਤੁਸੀਂ ਆਪਣੇ ਜੀਵਨ ਦੇ ਵਿੱਚ ਇਹ ਗੱਲਾਂ ਲਾਗੂ ਕਰਨੀਆਂ ਨਾ ਕਰਨੀਆਂ ਤੁਹਾਡੀ ਇੱਛਾ ਹੈ। ਮੇਰੀ ਇਮਾਨਦਾਰੀ ਇਸੇ ਦੇ ਵਿੱਚ ਹੈ। ਮੈਂ ਫੇਰ ਇੱਕ ਕੀਰਤਨੀ ਹਾਂ, ਫਿਰ ਮੇਰਾ ਲੇਖੇ ਦੇ ਵਿੱਚ ਲਿਖਿਆ ਜਾਣਾ ਅੱਜ ਦਾ ਕੀਰਤਨ ਸਫਲ ਆ। ਜੇ ਤੁਹਾਡੇ 'ਚੋਂ ਕੋਈ 2-4 ਕੋਈ ਨਾਮ ਜਪਣ ਲੱਗ ਗਿਆ ਅੱਜ ਦਾ ਕੀਰਤਨ ਸੁਣ ਕੇ, ਕੋਈ ਇੱਕ ਅੱਧੇ ਕਿਸੇ ਦੇ ਮਨ ਦੇ ਵਿੱਚ ਆਇਆ ਵੀ ਮੈਂ ਤੇ ਅੰਮ੍ਰਿਤ ਛਕਣਾ ਹੈ, ਮੈਨੂੰ ਨਹੀਂ ਚੰਗਾ ਲੱਗਦਾ ਇਹ ਇੱਦਾਂ ਪਹਿਰਾਵਾ, ਮੈਂ ਤੇ ਅੰਮ੍ਰਿਤ ਮੈਂ ਤੇ ਅੱਜ ਤੋਂ ਕੋਈ ਇੱਕ ਬੰਦਾ ਸੋਚ ਲਏ ਮੈਂ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਨਾ, ਫਿਰ ਮੇਰਾ ਅੱਜ ਦਾ ਕੀਰਤਨ ਸਫਲ ਹੈ। ਤੁਹਾਡਾ ਅੱਜ ਦਾ ਆਇਆ ਹੋਇਆ ਸਫਲ ਹੈ ਕਿਉਂਕਿ ਤੁਸੀਂ ਸ਼ਾਂਤ ਬੈਠ ਗਏ, ਚੁੱਪ ਕਰਕੇ ਬੈਠ ਗਏ, ਰੌਲਾ ਨਹੀਂ ਪਾਇਆ। ਘੱਟੋ ਘੱਟ ਜੇ ਆਪ ਕਈ ਵਾਰ ਆਪਾਂ ਨਹੀਂ ਸੁਣਨਾ ਹੁੰਦਾ ਹੈ, ਵੈਸੇ ਹੀ ਬੈਠਣਾ ਹੁੰਦਾ ਹੈ, ਦੂਜਿਆਂ ਨੂੰ ਡਿਸਟਰਬ ਨਹੀਂ ਕੀਤਾ। ਇਹ ਤੁਹਾਡੀ ਇੱਕ ਇਮਾਨਦਾਰੀ ਹੈ। ਬਹੁਤ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਜੋ ਵੀ ਪਹੁੰਚੇ ਨੇ, ਸੱਜਣ ਮਿੱਤਰ ਰਿਸ਼ਤੇਦਾਰ ਮਾਈ ਭਾਈ ਨਗਰ ਨਿਵਾਸੀ ਸਾਰਿਆਂ ਦਾ ਧੰਨਵਾਦ। ਪਰਿਵਾਰਾਂ ਨੂੰ ਬਾਬਾ ਸਤਨਾਮ ਸਿੰਘ ਜੀ ਤੇਲੀਵਾੜੇ ਤੋਂ ਬਹੁਤ ਹੀ ਪਿਆਰ ਵਾਲੇ ਨੇ ਸਾਡੇ, ਅਤੇ ਹਰਿਆਣੇ ਦੇ ਵਿੱਚ ਰਤੀਏ ਕੋਲ ਉੱਧਰ ਅਸਥਾਨ ਆ ਇਹਨਾਂ ਦਾ। ਇਹ ਵੀ ਪਹੁੰਚੇ ਨੇ ਸਪੈਸ਼ਲ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ। ਪਹਿਲਾਂ ਇਹਨਾਂ ਨੇ ਕਿਤੇ ਜਾਣਾ ਸੀਗਾ ਭੋਗ 'ਤੇ, ਉੱਥੇ ਜਾ ਕੇ ਆਏ ਨੇ। ਫਿਰ ਵੀ ਇਹਨਾਂ ਦਾ ਇਹ ਇਹਨਾਂ ਕੋਲ ਰਹਿੰਦਾ ਸੀ, ਇਹ ਜਿਹੜਾ ਆਪਣਾ ਇਹ ਬੱਚੀ ਹੈ ਇਹਨਾਂ ਦੇ ਕੋਲ ਰਹਿੰਦਾ ਹੈ ਕੁਛ ਸਿੱਖਣ ਵਾਸਤੇ, ਬਾਣੀ ਪੜ੍ਹਨ ਵਾਸਤੇ। ਤਾਂ ਕਰਕੇ ਇਹਦੇ ਕਰਕੇ ਵੀ ਸਮੇਂ 'ਚੋਂ ਸਮਾਂ ਕੱਢ ਕੇ ਆਏ। ਇਹਨਾਂ ਦਾ ਵੀ ਬਹੁਤ ਧੰਨਵਾਦ, ਕਿਉਂਕਿ ਆਮ ਬੰਦਾ ਆ ਜਾਂਦਾ ਸਮਾਂ ਕੱਢ ਕੇ। ਇੱਕ ਗ੍ਰੰਥੀ ਜਿਹੜਾ ਬੰਦਾ ਡਿਊਟੀ ਕਰਦਾ ਉਹਨੂੰ ਸਮਾਂ ਕੱਢਣਾ ਬਹੁਤ ਔਖਾ ਹੁੰਦਾ। ਜਿੱਥੇ ਪਿਆਰ ਹੋਵੇ ਉਹਦੇ ਵਾਸਤੇ ਹੀ ਸਮਾਂ ਨਿਕਲਦਾ। ਸਾਡੇ ਸਾਜੀਆਂ ਦਾ ਧੰਨਵਾਦ ਜੋ ਕਿ ਪਿਆਰ ਦੇ ਵਿੱਚ ਹੀ ਆਏ ਨੇ। ਕਰਨੀ ਮੇਰਾ ਮਿੱਤਰ ਹੈ, ਉਹ ਜਿਨ੍ਹਾਂ ਦੇ ਦਾਦਾ ਜੀ ਦੀ ਡੈਥ ਹੋਈ ਹੈ, ਉਹਨਾਂ ਦਾ ਮੈਂ ਧੰਨਵਾਦ ਕਰਦਾ ਸਪੈਸ਼ਲੀ, ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ। ਉਹਨਾਂ ਨੇ ਸਾਨੂੰ ਇੱਥੇ ਆਉਣ ਵਾਸਤੇ ਸੱਦਾ ਦਿੱਤਾ ਸੀ। ਆਉਣਾ ਵੈਸੇ ਵੀ ਸੀ, ਫਿਰ ਆਪਾਂ ਸੇਵਾ ਕਰਦੇ ਨਾਮ ਜਪਦੇ, ਇੱਥੇ ਬਹਿ ਕੇ ਸੁਣਦੇ, ਕੋਈ ਹੋਰ ਕੀਰਤਨ ਕਰਦਾ। ਸਾਨੂੰ ਕੀਰਤਨ ਦੀ ਡਿਊਟੀ ਬਖਸ਼ੀ, ਹੁਣ ਆਪਣੀ ਡਿਊਟੀ ਜਿਹੋ ਜਿਹੀ ਡਿਊਟੀ ਜਿਹੜਾ ਕੰਮ ਕਰਨਾ ਆ ਉਹੀ ਕਰੀਏ। ਆਓ ਆਪਾਂ ਹੁਣ ਅਰਦਾਸ ਦੇ ਵਿੱਚ ਸ਼ਾਮਲ ਹੋ। ਉਸ ਤੋਂ ਪਹਿਲਾਂ ਆਨੰਦ ਸਾਹਿਬ ਸਾਰੇ ਗੱਜ ਕੇ ਬੋਲਿਓ। ਰਾਮ ਕਲੀ ਮਹਲਾ ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ